ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ। ਅੱਜ ਜਿਵੇਂ ਕਿ ਆਪਾਂ ਹਰ ਇੱਕ ਬੁੱਧਵਾਰ ਨੂੰ ਮੁਖਾਤਿਬ ਹੁੰਦੇ ਹਾਂ ਸਾਰੇ ਜਿਹੜੇ ਲੁਧਿਆਣਾ ਦੇ ਸੂਝਵਾਨ ਨਿਵਾਸੀ ਨੇ। ਅੱਜ ਵੀ ਮੈਂ ਉਸੇ ਲੜੀ 'ਚ ਤੁਹਾਡੇ ਰੂਬਰੂ ਹੋਇਆ 19 ਅਗਸਤ ਵਾਲੇ ਦਿਨ। ਅੱਜ ਆਪਾਂ ਜਿਹੜੇ ਵਿਸ਼ਿਆਂ 'ਤੇ ਗੱਲ ਕਰਨੀ ਹੈ, ਬੜੀ ਚੁਸਤੀ ਨਾਲ ਆਪਾਂ ਕੋਸ਼ਿਸ਼ ਕਰਾਂਗੇ ਕਿ 10 ਮਿੰਟਾਂ 'ਚ ਇਹਨੂੰ ਖ਼ਤਮ ਕਰ ਦਈਏ। ਐਟ ਦਾ ਵੈਰੀ ਆਊਟਸੈਟ ਮੈਂ ਤੁਹਾਨੂੰ ਓਵਰਆਲ ਜਿਹੜੀ ਪਿਕਚਰ ਹੈ ਉਹ ਦੱਸਣਾ ਚਾਹੁੰਦਾ ਕਿ ਗਵਰਨਮੈਂਟ ਸੈਕਟਰ 'ਚ ਅੱਜ ਤੱਕ ਅਸੀਂ ਲੁਧਿਆਣਾ ਜ਼ਿਲ੍ਹੇ 'ਚ 92,166 ਟੈਸਟ ਕੀਤੇ ਹੈ, ਜਿਸ 'ਚੋਂ ਕਿ 7288 ਟੈਸਟ ਜਿਹੜੇ ਪੋਜ਼ੀਟਿਵ ਆਏ ਨੇ। ਅਗਰ ਪ੍ਰਾਈਵੇਟ ਦੇ ਟੈਸਟ ਵੀ ਇਸ 'ਚ ਜੋੜ ਲਈਏ ਤਾਂ ਸਾਡੇ ਕੁੱਲ ਟੈਸਟ 1,01,098 ਹੋਏ ਨੇ, ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੇ। ਔਰ ਇਸ 'ਚੋਂ 7,450 ਲੋਕ ਹੈ ਜਿਹੜੇ ਟੋਟਲ ਦੋਨੋਂ ਗਵਰਨਮੈਂਟ ਅਤੇ ਪ੍ਰਾਈਵੇਟ ਮਿਲਾ ਕੇ ਇਹ ਸਾਡੇ ਪੋਜ਼ੀਟਿਵ ਨੇ। ਔਰ ਅਗਰ ਪੋਜ਼ੀਟਿਵਿਟੀ ਰੇਟ ਜਿੰਨੇ ਆਪਾਂ ਟੈਸਟ ਕੀਤੇ ਹੈ ਤਾਂ ਇਹ 7.4% ਬਣਦੀ ਹੈ। ਆਪਾਂ 1 ਲੱਖ ਤੋਂ ਵੱਧ ਟੈਸਟ ਕਰ ਚੁੱਕੇ ਹਾਂ ਤਾਂ 7400 ਲੋਕ ਪੋਜ਼ੀਟਿਵ ਆਏ ਨੇ। ਮੇਰੀ ਬੇਨਤੀ ਇਹ ਹੈ ਕਿ ਮੀਡੀਆ ਸਾਡਾ ਬੜਾ ਸਸ਼ਕਤ ਮਾਧਿਅਮ ਹੈ। ਮੀਡੀਆ ਦੇ ਰਾਹੀਂ ਅਸੀਂ ਲੋਕਾਂ ਨੂੰ ਅੱਜ ਤੱਕ ਜਾਗਰੂਕ ਕਰਨ 'ਚ ਕਾਮਯਾਬ ਹੋਏ ਹਾਂ। ਸਾਡੀ ਗੱਲ ਵੀ ਆਮ ਲੋਕਾਂ ਤੱਕ ਮੀਡੀਆ ਰਾਹੀਂ ਪਹੁੰਚਦੀ ਹੈ। ਅੱਜ ਮੇਰੀ ਮੀਡੀਆ ਨੂੰ ਇੱਕ ਬੇਨਤੀ ਹੈ, ਉਹ ਇਹਨੂੰ ਕੋਈ ਮੈਂ ਕਿਸੇ ਦੀ ਕ੍ਰਿਟਿਸਿਜ਼ਮ ਨਹੀਂ ਕਰ ਰਿਹਾ, ਉਹ ਇਹਨੂੰ ਸਕਾਰਾਤਮਕ ਰੂਪ 'ਚ ਲੈਣ। ਬਟ ਕਈ ਵਾਰ ਜਦੋਂ ਇਸ ਤਰ੍ਹਾਂ ਦੀ ਸੁਰਖੀ ਬਣਦੀ ਹੈ ਵੀ ਲੁਧਿਆਣਾ ਵਿੱਚ ਕਰੋਨਾ ਦਾ ਧਮਾਕਾ, ਜਾਂ ਕਈ ਲੋਕ ਕਹਿੰਦੇ ਆ ਵੀ ਕਰੋਨਾ ਦਾ ਧਮਾਕਾ, 300 ਕੇਸ ਆਏ, ਜਾਂ 199 ਨੂੰ ਵੀ ਕਈ ਲੋਕ ਤਾਂ ਧਮਾਕਾ ਲਿਖ ਦਿੰਦੇ ਆ। ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਇੱਦਾਂ ਦੇ ਸ਼ਬਦ ਲਿਖਣ ਦੇ ਨਾਲ ਲੋਕਾਂ ਦਾ ਜਿਹੜਾ ਹੌਸਲਾ ਹੈ ਉਹ ਡਿੱਗਦਾ ਹੈ। ਆਪਾਂ ਸਾਰੇ, ਮੈਨੂੰ ਪਤਾ ਪ੍ਰੈਸ ਵੀ ਆਪਦੀ ਜਾਨ ਖਤਰੇ 'ਚ ਪਾ ਕੇ ਰਿਪੋਰਟਿੰਗ ਵੀ ਕਰ ਰਹੀ ਹੈ, ਦਿਨ ਰਾਤ ਤੁਸੀਂ ਮਿਹਨਤ ਕਰ ਰਹੇ ਹੋ। ਆਪਾਂ ਚੀਜ਼ ਨੂੰ ਜਿਹੜਾ ਪੇਸ਼ ਕਰਨਾ ਉਹ ਮੇਰੀ ਤੁਹਾਨੂੰ ਸੁਜੈਸ਼ਨ ਹੀ ਹੈ। ਦੇਖੋ, ਮੈਂ ਜ਼ੋਰ ਨਾਲ ਤਾਂ ਨਹੀਂ ਇਹ 'ਚ ਕਹਿ ਸਕਦਾ ਕਿਉਂਕਿ ਤੁਸੀਂ ਚੌਥਾ ਸਤੰਭ ਹੋ, ਆਜ਼ਾਦ ਹੋ ਆਪਦੀ ਗੱਲ ਆਪਦੇ ਸਟਾਈਲ 'ਚ ਕਹਿਣ ਦੇ, ਪਰ ਆਪਾਂ ਇਸ ਗੱਲ ਨੂੰ ਇਸ ਤਰੀਕੇ ਕਰੀਏ ਕਿ ਜਿਸ ਦੇ ਨਾਲ ਲੋਕਾਂ 'ਚ ਜਾਣਕਾਰੀ ਹੋਵੇ, ਡਰ ਨਾ ਹੋਵੇ। ਧਮਾਕਾ ਧਮੂਕਾ ਜਿਹੜੇ ਸ਼ਬਦ ਹੈਗੇ ਨੇ ਇਹਦੇ ਨਾਲ ਐਂ ਲੱਗਦਾ ਵੀ ਪਤਾ ਨਹੀਂ ਫਿਜ਼ੀਕਲੀ ਕੋਈ ਇੱਕਦਮ ਸਪਰੈਡ ਹੋ ਗਿਆ। ਜੇ ਆਪਾਂ ਇਹ ਦੇਖੀਏ ਕਿ ਜਿੱਥੇ ਜਿਹੜੀ ਲਾਸਟ ਸੈਂਸਸ ਹੈਗੀ ਹੈ ਉਹਦੇ ਮੁਤਾਬਕ ਵੀ 39 ਲੱਖ ਕੁਛ ਹਜ਼ਾਰ ਆਬਾਦੀ ਸੀ ਆਪਣੇ ਜ਼ਿਲ੍ਹੇ ਦੀ, ਲੁਧਿਆਣੇ ਦੀ। ਅੱਜ ਦੀ ਡੇਟ 'ਚ ਤਾਂ ਇਹ ਪਿਛਲੇ 10 ਸਾਲਾਂ 'ਚ ਵੱਧ ਕੇ 2011 'ਚ ਸੈਂਸਸ ਹੋਈ। ਅਗਲੀ ਸੈਂਸਸ ਨੂੰ ਆਪਾਂ ਖੜ੍ਹੇ ਹਾਂ ਹੁਣ, ਅਤੇ ਉਸ ਹਿਸਾਬ ਨਾਲ ਤਾਂ ਹੁਣ ਤੱਕ ਜਿਹੜੀ 50 ਲੱਖ ਤਾਂ ਆਪਾਂ ਕ੍ਰੋਸ ਕਰ ਹੀ ਗਏ ਹੋਵਾਂਗੇ। 50 ਲੱਖ ਦੇ ਵਿੱਚੋਂ ਜੇ 200 ਬੰਦੇ ਪੋਜ਼ੀਟਿਵ ਆ ਵੀ ਜਾਣ, 50 ਲੱਖ ਦਾ 1% ਵੀ 50,000 ਬਣਦਾ ਹੈ। ਤਾਂ ਇਹਦਾ ਮਤਲਬ ਜੇ 200 ਕੇਸ ਪੋਜ਼ੀਟਿਵ ਆਉਣ ਤਾਂ 1% ਦਾ ਵੀ ਤੁਸੀਂ ਲਾ ਲਓ ਕਿ 50,000 ਨਾਲ ਕਿੰਨੇ ਨਾਲ ਗੁਣਾ ਕਰਨਾ ਪੈਣਾ, 250 ਨਾਲ ਗੁਣਾ ਕਰਨਾ ਪੈਣਾ। ਇੱਕ ਦਾ 250ਵਾਂ ਹਿੱਸਾ, ਮਤਲਬ ਇਹ 0.04, ਇਹਨੂੰ ਆਪਾਂ ਕਹਾਂਗੇ 0.04, ਇੰਨੇ % ਲੋਕ। ਵੀ ਇਹ ਧਮਾਕਾ ਕਿੱਦਾਂ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਇਆ। ਆਪਾਂ ਨੂੰ ਕਿਸੇ ਸਿਟੀ ਦਾ ਜਾਂ ਜਗ੍ਹਾ ਦਾ ਸਾਈਜ਼ ਦੇਖ ਕੇ ਗੱਲ ਕਰਨੀ ਚਾਹੀਦੀ ਹੈ। ਜੇ ਆਪਾਂ ਲੋਕਾਂ ਦੇ ਮਨਾਂ 'ਚ ਡਰ ਬਿਠਾ ਦਾਂਗੇ, ਜੋ ਕਿ ਪਿਛਲੇ ਦਿਨਾਂ 'ਚ ਹੋਇਆ, ਫਿਰ ਲੋਕ ਆਪਦਾ ਟੈਸਟ ਕਰਨ 'ਚ ਸੰਕੋਚ ਕਰਦੇ ਆ। ਜਿਹੜੇ ਮਾਈਕਰੋ ਕੰਟੇਨਮੈਂਟ ਅਤੇ ਕੰਟੇਨਮੈਂਟ ਜ਼ੋਨ ਸਾਡੇ ਬਣਦੇ ਆ, ਉਹਨਾਂ 'ਚ ਸਾਡੀ ਸਰਕਾਰੀ ਹਦਾਇਤਾਂ ਨੇ ਕਿ 100% ਲੋਕਾਂ ਦੀ ਕੋਸ਼ਿਸ਼ ਕਰੋ, ਟੈਸਟ ਕਰੋ, ਕਿਉਂਕਿ ਉਸ ਏਰੀਏ 'ਚ ਆਪਾਂ ਨੂੰ ਪਤਾ ਲੱਗ ਗਿਆ ਵੀ ਵਾਇਰਸ ਆ ਗਿਆ, ਸੰਭਾਵਨਾ ਹੈ ਹੋਰ ਲੋਕਾਂ ਦੀ ਪੋਜ਼ੀਟਿਵ ਹੋਣ ਦੀ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਫ੍ਰੀ ਟੈਸਟ ਹੋ ਰਿਹਾ, ਕਿਉਂ ਨਾ ਆਪਾਂ ਕਰਾਈਏ। ਆਪਾਂ ਕਿਉਂ ਇੱਦਾਂ ਦੀਆਂ ਗੱਲਾਂ ਤੋਂ ਡਰਦੇ ਹਾਂ ਵੀ ਆਪਾਂ ਕਰਨਾ ਨਹੀਂ? ਜੇ ਆਪਾਂ ਨੂੰ ਪਤਾ ਨਹੀਂ ਲੱਗੂਗਾ ਵੀ ਆਪਾਂ ਪੋਜ਼ੀਟਿਵ ਹੈ ਕਿ ਨਹੀਂ, ਫਿਰ ਆਪਾਂ ਕੰਟਰੋਲ ਕਿੱਦਾਂ ਕਰਾਂਗੇ? ਫਿਰ ਮੈਂ ਕਈ ਲੋਕਾਂ ਨੂੰ ਪੁੱਛਿਆ ਜਦੋਂ ਅਸੀਂ ਫੀਲਡ 'ਚ ਜਾਂਦੇ ਹਾਂ ਵੀ ਤੁਸੀਂ ਟੈਸਟ ਕਿਉਂ ਨਹੀਂ ਕਰਾਉਂਦੇ? ਉਹ 'ਚ ਥੋੜ੍ਹੀ ਬਹੁਤ ਸਾਡੇ ਪ੍ਰੋਟੋਕੋਲ ਦਾ ਵੀ ਕਸੂਰ ਰਿਹਾ ਹੈਗਾ, ਕੁਛ ਅਫਵਾਹਾਂ ਦਾ ਵੀ ਕਸੂਰ ਰਿਹਾ, ਕੁਛ ਇਸ 'ਚ ਅਫਵਾਹ ਵੀ ਹੈ, ਕੁਛ ਸੱਚਾਈ ਵੀ ਹੈ। ਸ਼ੁਰੂ 'ਚ ਜਿਹੜਾ ਬੰਦਾ ਪੋਜ਼ੀਟਿਵ ਹੋ ਜਾਂਦਾ ਉਹਨੂੰ ਅਸੀਂ ਕੁਆਰੰਟਾਈਨ 'ਚ ਲਿਆਉਂਦੇ ਸੀ। ਉਹਦੇ ਨਾਲ ਕੀ ਹੋਇਆ ਕਿ ਲੋਕਾਂ ਨੂੰ ਇਹ ਹੋ ਗਿਆ ਵੀ ਜੇ ਅਸੀਂ ਪੋਜ਼ੀਟਿਵ ਹੋ ਗਏ ਤਾਂ ਪਤਾ ਨਹੀਂ ਸਾਨੂੰ ਸਿਵਲ ਹਸਪਤਾਲ 'ਚ ਹੀ ਬੰਦ ਕਰ ਦੇਣਗੇ। ਮੈਂ ਇਹ ਕੋਰੀ ਅਫਵਾਹ ਹੈ, ਤੁਹਾਨੂੰ ਇਹ ਗੱਲ ਮੈਂ ਵਾਜ਼ੇ ਕਰ ਦੇਣਾ ਚਾਹੁੰਦਾ, ਸਪਸ਼ਟ ਕਰ ਦੇਣਾ ਚਾਹੁੰਦਾ। ਜੇ ਕੋਈ ਬੰਦਾ ਪੋਜ਼ੀਟਿਵ ਆ ਗਿਆ ਔਰ ਉਹ ਬੰਦੇ ਨੂੰ ਕੋਈ ਕੋਮੋਰਬਿਡ ਕੰਡੀਸ਼ਨ ਨਹੀਂ, ਮੰਨ ਲਓ ਕਿ ਉਹਨੂੰ ਕੋਈ ਹੋਰ ਬਿਮਾਰੀ ਨਹੀਂ ਹੈਗੀ, ਤਾਂ ਉਹ ਆਪਦੇ ਘਰੇ ਹੋਮ ਆਈਸੋਲੇਸ਼ਨ ਰਹਿ ਸਕਦਾ। ਬੜਾ ਸਿੰਪਲ ਪ੍ਰੋਸੀਜਰ ਹੈ। ਸਿਵਲ ਸਰਜਨ ਨੂੰ ਤੁਸੀਂ ਅਪਲਾਈ ਕਰਨਾ ਹੈ। ਉਹਨੂੰ ਹੋਰ ਸੌਖਾ ਕਰਨ ਦੇ ਲਈ ਅਸੀਂ ਇੱਕ ਐਪ ਲਾਂਚ ਕਰਤੀ ਹੈਗੀ ਹੈ। ਇਸ ਐਪ ਦਾ ਨਾਮ ਹੈ ਹੋਮ ਆਈਸੋਲੇਸ਼ਨ ਲੁਧਿਆਣਾ। ਤੁਸੀਂ ਘਰੇ ਬੈਠੇ ਬੈਠੇ ਆਪਦੇ ਕਮਰੇ ਦੀ ਫੋਟੋ ਪਾਓ, ਵੀਡੀਓ ਪਾ ਦਿਓ ਵੀ ਮੇਰੇ ਕੋਲ ਇਹ ਅਲੱਗ ਕਮਰਾ ਹੈ, ਬਾਥਰੂਮ ਹੈ, ਮੇਰਾ ਘਰ ਠੀਕ ਠਾਕ ਹੈ, ਮੇਰੀ ਸਿਹਤ ਠੀਕ ਹੈਗੀ ਹੈ। ਤੁਹਾਨੂੰ ਘਰੇ ਬੈਠੇ ਬੈਠੇ ਅਸੀਂ ਹੋਮ ਆਈਸੋਲੇਟ ਕਰ ਦਾਂਗੇ। ਦੇਖੋ, ਕਿਸੇ ਬੰਦੇ ਨੂੰ ਹਸਪਤਾਲ ਦੇ ਵਿੱਚ ਰੱਖਣ ਦੇ ਨਾਲ ਇੱਕ ਡਾਕਟਰ ਉਹਦੇ 'ਤੇ ਲਾਉਣਾ, ਨਰਸ ਉਹਦੇ 'ਤੇ ਲਾਉਣੀ, ਦਵਾਈਆਂ ਦੇਣੀਆਂ, ਟਾਈਮ ਸਿਰ ਰੋਟੀ ਦੇਣੀ, ਇਸ ਚੀਜ਼ 'ਤੇ ਵੀ
ਖਰਚਾ ਰਿਸੋਰਸਿਸ એનર્ਜੀ ਲੱਗਦੀ ਹੈ ਸਮਾਜ ਦੀ। ਮੈਂ ਸਮਾਜ ਦੀ ਤਾਂ ਕਹਿ ਰਿਹਾ ਵੀ ਇਹ ਜੋ ਕੁਝ ਵੀ ਆਪਾਂ ਕਰ ਰਹੇ ਹਾਂ ਇਹ ਕਿਸੇ ਦਾ ਪੱਲਿਓ ਨਹੀਂ, ਸਾਰਾ ਸਮਾਜ ਦਾ ਹੀ ਹੈ, ਸਰਕਾਰੀ 'ਚ ਹੋਵੇ ਚਾਹੇ ਪ੍ਰਾਈਵੇਟ 'ਚ ਹੋਵੇ। ਸੋ ਕੋਈ ਬੰਦਾ ਇਹ ਨਾ ਸੋਚੇ ਵੀ ਉਹਨੂੰ ਧੱਕੇ ਨਾਲ ਲਿਆ ਕੇ ਸਾਨੂੰ ਕੀ ਮਿਲਣਾ। ਜੇ ਕੋਈ ਬੰਦਾ ਪੋਜ਼ਿਟਿਵ ਆ ਵੀ ਗਿਆ, ਉਹ ਸਰਦਾਪੁਰ ਦਾ ਉਹਦਾ ਆਪਦਾ ਘਰ ਹੈਗਾ, ਆਪਦੇ ਘਰੇ ਹੋਮ ਆਈਸੋਲੇਟ ਹੋ ਕੇ ਰਵੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਾਡੀ ਹੋਮ ਆਈਸੋਲੇਸ਼ਨ ਐਪ 'ਤੇ ਕਰੇ। ਜੇ ਫਿਰ ਵੀ ਉਹਦੀ ਸੁਣਵਾਈ ਨਹੀਂ ਹੁੰਦੀ ਤਾਂ ਇਸ ਕੰਮ ਦੇ ਲਈ ਅਸੀਂ ਇਸ ਮਹੱਤਤਾ ਨੂੰ ਸਮਝਦੇ ਹੋਏ ਵੀ ਲੋਕਾਂ ਦੇ ਮਨਾਂ 'ਚ ਡਰ ਪੈ ਰਿਹਾ, ADC ਜਗਰਾਓਂ ਮੈਡਮ ਨੀਰੂ ਕਤਿਆਲ ਗੁਪਤਾ ਜਿਹੜੇ ਕਿ PCS ਅਫਸਰ ਨੇ, ADC ਰੈਂਕ 'ਚ ਨੇ, ਉਹਨਾਂ ਨੂੰ ਇਹਦਾ ਨੋਡਲ ਅਫਸਰ ਲਾਇਆ। ਉਹ SDMs ਰਾਹੀਂ ਔਰ ਸਿਵਲ ਸਰਜਨ ਰਾਹੀਂ ਪੂਰੀ ਸਥਿਤੀ 'ਤੇ ਵਾਚ ਰੱਖ ਰਹੇ ਆ। ਇਹਦੇ ਲਈ ਅਸੀਂ ਕੰਟਰੋਲ ਰੂਮ ਵੀ ਆਪਣਾ ਬਣਾਇਆ। ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ, ਸਾਡੇ ਕੰਟਰੋਲ ਰੂਮ ਦੇ ਨੰਬਰ ਹੈ, ਵੈਸੇ ਅਸੀਂ ਪਹਿਲਾਂ WhatsApp 'ਤੇ ਦੱਸੇ ਸੀ, ਮੈਂ ਇੱਕ ਵਾਰੀ ਰਿਪੀਟ ਕਰ ਰਿਹਾ, 78 147 64 759 7814764759। ਇਸੇ ਤਰ੍ਹਾਂ 78 143 63 850 7814363850 6284912553 62849 12553। ਇਸ ਤੋਂ ਅਗਲਾ ਹੈਗਾ 62 845 31 852 6284531852। ਸੋ ਜੇ ਤੁਹਾਨੂੰ ਕੋਈ ਸ਼ੱਕ ਹੈ, ਕੋਈ ਕਿਸੇ ਨੂੰ ਪ੍ਰੋਬਲਮ ਹੈ, ਕੋਈ ਮਰੀਜ਼ ਦਾਖਲ ਹੋਣ 'ਚ ਪ੍ਰੋਬਲਮ ਹੈ, ਕੋਈ ਹੋਰ ਦਿੱਕਤ ਹੈ, ਤਾਂ ਇਹਨਾਂ ਕੰਟਰੋਲ ਰੂਮ ਦੇ ਨੰਬਰਾਂ 'ਤੇ ਤੁਸੀਂ ਜਿਹੜਾ ਹੈਗਾ ਅਪਰੋਚ ਕਰ ਸਕਦੇ ਹੋ। ਪਰ ਮੇਰੀ ਦੁਬਾਰਾ ਤੁਹਾਨੂੰ ਬੇਨਤੀ ਹੈ ਕਿ ਆਪਾਂ ਡਰੀਏ ਨਾ, ਟੈਸਟ ਕਰਾਈਏ। ਟੈਸਟ ਕਰਾਉਣ ਨਾਲ ਆਪਾਂ ਨੂੰ ਪਤਾ ਲੱਗੂਗਾ ਵੀ ਕਿਹੜੇ ਏਰੀਏ 'ਚ ਕਿੱਦਾਂ ਦੀ ਪ੍ਰੋਬਲਮ ਆ ਰਹੀ ਹੈ। ਦੂਜੀ ਗੱਲ ਮੈਂ ਪਹਿਲਾਂ ਵੀ ਬੜੀ ਵਾਰੀ ਕਹੀ ਹੈ, ਅੱਜ ਅਸੀਂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ ਹੈ। ਇਹ ਬਿਮਾਰੀ ਜਿਹੜੀ ਹੈਗੀ ਹੈ, ਇਹ ਜੇ ਆਪਾਂ 14 ਦਿਨ ਤਹੀਆ ਕਰ ਲਈਏ ਵੀ ਸਾਰੇ ਲੁਧਿਆਣਾ ਨਿਵਾਸੀ ਲਗਾਤਾਰ ਇਹ ਮਾਸਕ ਪਾ ਲੈਣ, ਇਹ ਵੀ ਇੱਕ ਤਰ੍ਹਾਂ ਦਾ ਲਾਕਡਾਊਨ ਹੀ ਹੈ। ਜੇ ਆਪਾਂ 14 ਦਿਨ ਹੀ ਮਾਸਕ ਪਾ ਲਈਏ ਤਾਂ ਪੂਰਾ ਲਿੰਕ ਹੀ ਟੁੱਟ ਜੂਗਾ ਬਿਮਾਰੀ ਦਾ। ਜੇ ਕਿਸੇ ਨੂੰ ਹੋਊਗਾ ਵੀ ਬਹੁਤ ਯਾਨੀ ਕਿ ਮਾਈਲਡ ਹੋਊਗਾ। ਹੁਣ ਇੱਦਾਂ ਦੇ ਕਈ ਵਾਰੀ ਕੇਸ ਆਉਂਦੇ ਆ ਵੀ ਬਹੁਤ ਬੁਰੀ ਤਰ੍ਹਾਂ ਫੇਫੜੇ ਜਕੜੇ ਹੁੰਦੇ ਆ, ਡਾਕਟਰ ਪੂਰਾ ਜ਼ੋਰ ਲਾ ਕੇ ਵੀ ਜਾਨ ਨਹੀਂ ਬਚਾ ਪਾਉਂਦੇ। ਬਟ ਉਸ 'ਚ ਵੀ ਕੋਈ ਇਸ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰ ਦੇਣਾ। ਹੁਣ ਇੱਕ ਦਿਨ ਦਾ ਕੋਈ ਫਿਗਰਾਂ ਦਾ ਇਹ ਹੁੰਦਾ ਵੀ ਇੱਕ ਦਿਨ ਦਾ, ਪਰਸੋਂ ਦੀ ਗੱਲ ਹੈ 13 ਡੈਥਸ ਹੋਈਆਂ, ਮੌਤ ਇੱਕ ਵੀ ਹੋਵੇ ਬਹੁਤ ਦੁੱਖ ਦੀ ਗੱਲ ਹੈ। ਪਰ ਐਡੀ ਵੱਡੀ ਹੁਣ ਪੈਂਡੈਮਿਕ ਮਹਾਮਾਰੀ ਵਰਲਡ ਓਵਰ ਘੋਸ਼ਿਤ ਹੋ ਰਹੀ ਹੈ, ਡਾਕਟਰਾਂ ਦਾ ਪੂਰਾ ਜ਼ੋਰ ਲਾ ਕੇ ਵੀ ਡਾਕਟਰ ਰੱਬ ਨਹੀਂ ਹੈਗੇ। ਕੁਝ ਬੰਦਿਆਂ ਦਾ ਇੱਦਾਂ ਹੋਣਾ ਮਤਲਬ ਲਾਜ਼ਮੀ ਹੈ, ਪਰ ਆਪਾਂ ਇਸ 'ਚ ਡਰ ਨਾ ਪਾਈਏ। ਹੁਣ ਅੱਜ ਵੀ 8 ਡੈਥਸ ਹੋਈਆਂ ਨੇ, ਕੱਲ੍ਹ ਵੀ 8 ਹੋਈਆਂ ਨੇ। ਸੋ ਇਹਦੇ ਨਾਲ ਆਪਾਂ ਨੂੰ ਨਤੀਜਾ ਕੀ ਮਿਲਦਾ, ਡੈਥਸ ਕਿਹੜੇ ਕੇਸਾਂ 'ਚ ਹੋ ਰਹੀਆਂ ਨੇ। ਡੈਥਸ ਅਗਰ ਅਸੀਂ ਇਹਦਾ ਐਨਾਲਾਈਜ਼ ਕੀਤਾ, ਜਿਹੜੇ ਕੋਮੋਰਬਿਡ ਨੇ, ਇਹ ਅੰਗਰੇਜ਼ੀ ਦਾ ਸ਼ਬਦ ਹੈ, ਜਿਨ੍ਹਾਂ ਨੂੰ ਕੋਈ ਹੋਰ ਗੰਭੀਰ ਰੋਗ ਹੈ, ਮੰਨ ਲਓ ਕਿਸੇ ਨੂੰ ਸ਼ੂਗਰ ਹੈ, ਬਹੁਤ ਹਾਈ BP ਹੈ, ਥੋੜ੍ਹੇ ਮੋਟੇ ਨਹੀਂ, ਬਹੁਤ ਮਤਲਬ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਪਹਿਲਾਂ ਹੀ, ਕਿਸੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਹੈ, ਕੈਂਸਰ ਚੱਲ ਰਿਹਾ, ਅਸਥਮਾ ਦੀ ਕੋਈ ਬਿਮਾਰੀ ਹੈ, ਜ਼ਿਆਦਾ ਉਮਰ ਦਾ ਬੰਦਾ, ਐਸੇ ਬੰਦਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਹੈਗੀ ਹੈ ਓਵਰ ਰਿਐਕਟ ਕਰਕੇ ਕਈ ਵਾਰੀ ਫੇਫੜਿਆਂ ਨੂੰ ਅਸਰ ਪਾ ਕੇ ਜਾਂ ਬਹੁਤ ਤੇਜ਼ ਤਾਪ ਚੜ੍ਹ ਕੇ ਕੁਝ ਲੋਕਾਂ ਦੀ ਮੌਤ ਹੋ ਰਹੀ ਆ। ਪਰ ਇਸ 'ਚ ਵੀ ਜਿਹੜੀਆਂ ਫਿਗਰਸ ਨੇ, ਅਗਰ ਉਹਨੂੰ ਆਪਾਂ ਐਨਾਲਾਈਜ਼ ਕਰੀਏ, ਆਪਣੇ ਜਿਹੜੇ 7288 7400 ਕੁਛ ਆਪਣੇ ਪ੍ਰਾਈਵੇਟ ਦੇ ਵੀ ਪਾ ਕੇ ਪੋਜ਼ੀਟਿਵ ਆਏ 7450, ਉਹਦੇ 'ਚੋਂ ਕੁੱਲ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ 'ਚ ਮਿਲਾ ਕੇ ਮੌਤਾਂ ਦੀ ਸੰਖਿਆ 270 ਹੈ। ਇਹ 270 ਨੂੰ ਜਦੋਂ ਆਪਾਂ ਜਰਬ ਕਰਦੇ ਹਾਂ, ਡਿਵਾਈਡ ਕਰਦੇ ਹਾਂ 7450 ਦੇ ਨਾਲ, ਤਾਂ ਜਿਹੜੀ ਰੇਸ਼ੋ ਆ ਉਹ 3.5 ਦੇ ਆਸ-ਪਾਸ ਆਉਂਦੀ ਹੈ। ਇਹਨੂੰ ਅਸੀਂ ਕੇਸ ਫੈਟਿਲਿਟੀ ਰੇਸ਼ੋ ਕਹਿੰਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਅਸੀਂ, ਸਾਡੀ 40 ਲੱਖ ਦੀ ਆਬਾਦੀ ਹੈ, 40 ਲੱਖ ਦੇ ਵਿੱਚੋਂ ਸਿਰਫ 7.5 ਬੰਦਾ ਪੋਜ਼ੀਟਿਵ ਆਇਆ ਹੈ। ਇਹਦਾ ਮਤਲਬ ਇਹ ਹੈ ਵੀ 40 ਕੀ 50 ਲੱਖ ਹੀ ਲਾਓ। ਹੁਣ ਤਾਂ 50 ਲੱਖ ਦਾ 1% ਬਣਦਾ 50,000। 50,000 ਬੰਦਾ ਵੀ ਪੋਜ਼ੀਟਿਵ ਨਹੀਂ, ਉਹਦਾ ਵੀ ਅੱਗੇ ਤੁਸੀਂ 7ਵਾਂ ਹਿੱਸਾ ਕਰ ਲਓ, ਮਤਲਬ 0.15 0.15 ਇੰਨੇ % ਲੋਕ ਸਿਰਫ, ਮਤਲਬ 100 ਚੋਂ ਇੱਕ ਬੰਦਾ ਵੀ ਪੂਰਾ ਜਿਹੜਾ ਹੈਗਾ ਉਹ ਪੋਜ਼ੀਟਿਵ ਨਹੀਂ ਹੈਗਾ। ਜੇ ਤੁਸੀਂ 700 ਬੰਦੇ ਦਾ ਇਕੱਠ ਕਰੋਗੇ ਤਾਂ 700 ਬੰਦਿਆਂ ਦੇ ਵਿੱਚੋਂ ਸਿਰਫ ਇੱਕ ਬੰਦਾ ਪੋਜ਼ੀਟਿਵ ਹੈ। ਹੁਣ ਤੁਸੀਂ ਦੱਸੋ ਵੀ ਇਹਨੂੰ ਆਪਾਂ ਸੈਂਸੇਸ਼ਨਲਾਈਜ਼ ਨਾ ਕਰੀਏ, ਬਟ ਕਿਉਂਕਿ ਇੱਕ ਵੀ ਜਾਨ ਜ਼ਰੂਰੀ ਹੈ, ਇਸ ਕਰਕੇ ਆਪਾਂ ਨੂੰ ਇੱਕ ਦੂਜੇ ਨੂੰ ਐਜੂਕੇਟ ਕਰਨ ਦੀ ਔਰ ਆਪਦਾ ਬਚਾਅ ਕਰਨ ਦੀ ਲੋੜ ਹੈਗੀ ਹੈ। ਸੋ ਆਪਾਂ ਫਿਗਰਸ ਦੇ ਵਿੱਚ ਨਾ ਜਾ ਕੇ ਇਸ ਗੱਲ 'ਚ ਜਾਈਏ ਕਿ ਵੀ ਸਾਡੀ ਡਿਊਟੀ ਕੀ ਹੈ ਔਰ ਕੀ ਅਸੀਂ ਉਹ ਡਿਊਟੀ ਨਿਭਾ ਰਹੇ ਹਾਂ ਕਿ ਨਾ ਨਿਭਾ ਰਹੇ ਹਾਂ। ਕਿਉਂਕਿ ਪੰਜਾਬ ਸਰਕਾਰ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਕਿ ਇਹ ਮੁਹਿੰਮ ਚਲਾਈ ਹੈ, ਫਤਿਹ ਮਿਸ਼ਨ ਚਲਾਇਆ ਹੈਗਾ, ਉਹਨਾਂ ਦੀ ਇਹ ਕੋਸ਼ਿਸ਼ ਹੈ ਵੀ ਹਰੇਕ ਪੰਜਾਬੀ ਜਿਹੜਾ ਹੈਗਾ ਉਹਨੂੰ ਬਚਾਇਆ ਜਾਵੇ। ਹੁਣ ਤੁਸੀਂ ਇਹ ਦੇਖੋ ਵੀ ਇਹ ਸਾਰੇ ਅਗਰ ਸਟੈਪਸ ਗਵਰਨਮੈਂਟ ਨਾ ਲੈਂਦੀ
ਤਾਂ ਅੱਜ ਸਥਿਤੀ ਕੀ ਹੋਣੀ ਸੀ। ਇਹ ਕਰਕੇ ਮੇਰਾ ਕਹਿਣ ਤੋਂ ਭਾਵ ਇਹੀ ਹੈ ਕਿ ਸਥਿਤੀ ਅੰਡਰ ਕੰਟਰੋਲ ਹੈ। ਪਿੱਛੇ ਜੇ 20 ਕੁ ਦਿਨ ਪਹਿਲਾਂ ਕੁਝ ਲੋਕਾਂ ਨੂੰ ਹਸਪਤਾਲ ਦੀ ਪ੍ਰੋਬਲਮ ਆਈ, ਇੱਕ ਅਨਫੋਰਚੂਨੇਟ ਡੈਥ ਵੀ ਹੋਈ। ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਗੱਲ ਕਰਕੇ ਇਸ ਵੇਲੇ 52 ਪ੍ਰਾਈਵੇਟ ਹਸਪਤਾਲ, 7 ਵੱਡੇ 45 ਛੋਟੇ, ਉਹਨਾਂ ਦੇ ਵਿੱਚ ਅਸੀਂ 225 ਜਿਹੜੇ ਹੈਗੇ ਆ ਲੈਵਲ 3 ਦੇ ਬੈੱਡ ਜਿਹੜੇ ਕਿ ਵੈਂਟੀਲੇਟਰ ਵਾਲੇ ICU ਬੈੱਡ ਹੁੰਦੇ ਨੇ, ਔਰ 600 ਬੈੱਡ ਜਿਹੜੇ ਲੈਵਲ 2 ਵਾਲੇ ਆਕਸੀਜਨੇਟਡ ਬੈੱਡ ਹੈ ਅਸੀਂ ਆਲਰੇਡੀ ਲੈ ਚੁੱਕੇ ਹਾਂ। ਇਸ ਤੋਂ ਇਲਾਵਾ 1900 ਬੈੱਡ ਲੈਵਲ 1 ਤੇ ਲੈਵਲ 2 ਦੇ, ਇਹ ਸਾਡੇ ਸਰਕਾਰੀ ਤੰਤਰ ਦੇ ਵਿੱਚ ਸ਼ਾਮਲ ਹੈਗੇ ਆ। ਔਰ ਇਹਨਾਂ 'ਚੋਂ ਵੀ ਅੱਜ ਦੀ ਘੜੀ 'ਚ ਜੇ ਸਾਰੇ ਬੈੱਡ ਆਪਾਂ ਸਰਕਾਰੀ ਤੇ ਪ੍ਰਾਈਵੇਟ ਮਿਲਾ ਲਈਏ 50% ਹੀ ਬੈੱਡ ਭਰੇ ਆ। ਫਿਰ ਇਹੀ ਨਹੀਂ, ਲੁਧਿਆਣੇ 'ਚ ਸਾਰੇ ਪੰਜਾਬ ਤੋਂ ਪੇਸ਼ੈਂਟ ਆਉਂਦੇ ਆ, ਜੰਮੂ ਕਸ਼ਮੀਰ ਤੱਕ ਤੋਂ ਪੇਸ਼ੈਂਟ ਆਉਂਦੇ ਆ, ਹਿਮਾਚਲ ਹਰਿਆਣੇ ਤੱਕ ਤੋਂ ਪੇਸ਼ੈਂਟ ਆਏ ਆ, ਕੁਝ ਲੋਕ ਦਿੱਲੀ ਤੱਕ ਦੇ ਇੱਥੇ ਇਲਾਜ ਕਰਾ ਕੇ ਗਏ ਆ। ਹੁਣ ਤਾਂ ਦਿੱਲੀ 'ਚ ਚਲੋ ਸਥਿਤੀ ਥੋੜ੍ਹੀ ਬਿਹਤਰ ਹੋ ਗਈ। ਸੋ ਆਪਾਂ ਆਪਦਾ ਕੌਨਫੀਡੈਂਸ ਨਾ ਡਗਾਈਏ। ਅਸੀਂ ਦਿਨ ਰਾਤ ਇਸ ਗੱਲ 'ਤੇ ਲੱਗੇ ਹਾਂ, ਸਥਿਤੀ ਵੀ ਅੰਡਰ ਕੰਟਰੋਲ ਹੈਗੀ ਹੈ, ਪਰ ਜੇ ਆਪਾਂ ਅੱਗੇ ਇਹਨੂੰ ਅੰਡਰ ਕੰਟਰੋਲ ਰੱਖਣਾ, ਇਸ ਸਥਿਤੀ ਨੇ ਮੁੜਨਾ ਜਦੋਂ ਇਹਨੇ ਪੀਕ 'ਤੇ ਚਲੇ ਜਾਣਾ, ਫਿਰ ਮੁੜਨਾ। ਇਹ ਜਿਹੜੀ ਆਪਾਂ ਨੂੰ ਕੋਈ ਬਹੁਤ ਲੰਬਾ ਚੌੜਾ ਨਹੀਂ ਇਹ 'ਚ ਵੀ ਹੁਣ ਆਪਾਂ ਨੂੰ ਬਹੁਤ ਕੋਈ ਇਹ ਆਉਣ ਵਾਲੇ ਜੋ ਅੰਦਾਜ਼ੇ ਹੈ ਡਾਕਟਰਾਂ ਦੇ, ਮੈਂ ਆਈ ਐਮ ਨਾਟ ਐਨ ਐਕਸਪਰਟ, ਬਟ ਜੋ ਡਿਸਕਸ਼ਨਸ ਹੁੰਦੀਆਂ ਵੀ ਅਗਲੇ 4 ਵੀਕ ਨੇ, ਜਿਹੜੇ 4 ਹਫ਼ਤੇ ਨੇ, ਉਹ ਆਪਣੇ ਲਈ ਬੜੇ ਮਹੱਤਵਪੂਰਨ ਨੇ। ਅਗਰ ਉਹ 4 ਹਫ਼ਤੇ ਆਪਾਂ ਇਹ ਮਾਸਕ ਪਾ ਲਾਂਗੇ, ਦੱਸੋ ਆਪਾਂ ਆਪਦੇ ਬੱਚਿਆਂ ਲਈ, ਬਜ਼ੁਰਗਾਂ ਲਈ ਇੰਨਾ ਵੀ ਨਹੀਂ ਕਰ ਸਕਦੇ। 4 ਹਫ਼ਤੇ ਆਪਾਂ ਕਿਸੇ ਵਿਆਹ 'ਤੇ ਨਾ ਜਾਵਾਂਗੇ ਕਿ ਆਪਾਂ ਇੰਨਾ ਵੀ ਨਹੀਂ ਆਪਣਾ ਸਰਦਾ। 4 ਹਫ਼ਤੇ ਆਪਾਂ ਕਿਸੇ ਦਾ ਜਨਮ ਦਿਨ 'ਤੇ ਨਾ ਜਾਵਾਂਗੇ, ਇੰਨਾ ਵੀ ਨਹੀਂ ਸਰਦਾ। ਵਿੱਚ ਵਿੱਚ ਮੈਨੂੰ ਇਹ ਗੱਲਾਂ ਮਿਲੀਆਂ ਕਿ ਵੀ ਜਿਹੜੇ ਬੰਦੇ ਕੋਈ ਸਰਦੇਪੁਰ ਦੇ ਨੇ, ਲੁਧਿਆਣਾ ਸਰਦੇਪੁਰ ਦੇ ਲੋਕਾਂ ਦਾ ਸ਼ਹਿਰ ਹੈ, ਔਰ ਬੜੀ ਮਿਹਨਤ ਨਾਲ ਇੱਥੋਂ ਦੇ ਲੋਕ ਸਰਦੇਪੁਰ ਦੇ ਬਣੇ ਆ, ਉਦਯੋਗ ਚਲਾਏ, ਮਿਹਨਤਾਂ ਕੀਤੀਆਂ ਤਾਂ ਜਾ ਕੇ 4 ਪੈਸੇ ਆਉਂਦੇ ਆ। ਪਰ ਆਪਾਂ ਕੀ 4 ਹਫ਼ਤੇ ਲਈ ਪਾਰਟੀ ਕੀਤੇ ਬਗੈਰ ਨਹੀਂ ਰਹਿ ਸਕਦੇ? ਕੀ ਆਪਾਂ ਹਰ ਚੀਜ਼ 'ਤੇ ਇਹ ਸੋਚਦੇ ਹਾਂ ਵੀ ਪੁਲਿਸ ਆ ਕੇ ਡੰਡਾ ਮਾਰੇ, ਰੋਕੇ, ਫੇਰ ਹੀ ਆਪਾਂ ਰੁਕਣਾ? ਬਹੁਤ ਸਾਰੀਆਂ ਐਸੀਆਂ ਰਿਪੋਰਟਾਂ ਮਿਲੀਆਂ, ਜਾ ਕੇ ਸਾਨੂੰ ਚੈਕਿੰਗ ਵੀ ਕਰਾਉਣੀ ਪਈ ਵੀ ਕੁਛ ਥਾਂ 'ਤੇ ਇੱਦਾਂ ਦੀਆਂ ਪਾਰਟੀਜ਼ ਹੋ ਰਹੀਆਂ ਨੇ, 50 ਬੰਦੇ ਬੈਠ ਕੇ ਪਾਰਟੀ ਕਰਦੇ ਆ, AC ਚੱਲਦਾ, ਮੁੜ ਕੇ ਉਹ 50 ਦੇ 50 ਇਫੈਕਟ ਹੋ ਕੇ ਆ ਜਾਂਦੇ ਆ। ਔਰ ਪੰਜਾਬ ਦੇ ਵਿੱਚ ਜ਼ਿਆਦਾ ਸਾਡੇ ਲਈ ਖਤਰੇ ਦੀ ਗੱਲ ਕੀ ਹੈ? ਆਪਾਂ ਖਾਂਦਾ ਪੀਂਦਾ ਸੂਬਾ ਹੋਣ ਕਰਕੇ ਸੁੱਖ ਨਾਲ ਬਹੁਤ ਸਾਰੇ ਬੰਦੇ ਓਵਰਵੇਟ ਨੇ, ਬਹੁਤ ਸਾਰੇ ਬੰਦੇ ਹਾਈ BP ਹੈਗੇ ਨੇ, ਬਹੁਤ ਸਾਰੇ ਬੰਦਿਆਂ ਨੂੰ ਪਹਿਲਾਂ ਹੀ ਹੋਰ ਕੋਈ ਨਾ ਕੋਈ ਸਿਹਤ ਦੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਹੈ। ਜਦੋਂ ਇਸ ਤਰ੍ਹਾਂ ਦੇ ਬੰਦੇ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰੀ ਵਾਲਾ ਰਵੱਈਆ ਜਦੋਂ ਆਪਾਂ ਅਖਤਿਆਰ ਕਰਦੇ ਹਾਂ, ਉਹ ਬੰਦਿਆਂ ਦੇ ਵਿੱਚੋਂ ਹੀ ਕੁਝ ਲੋਕਾਂ ਦੇ ਸੀਰੀਅਸ ਹੋਣ ਦੀ ਸੰਭਾਵਨਾ ਹੁੰਦੀ ਹੈ, ICU 'ਚ ਪਹੁੰਚਣ ਦੀ ਸੰਭਾਵਨਾ ਹੁੰਦੀ ਹੈ। ਫਿਰ ਆਪਾਂ ਉਸ ਸਮੇਂ 'ਤੇ ਹਸਪਤਾਲਾਂ ਨੂੰ, ਡਾਕਟਰਾਂ ਨੂੰ ਜਾਂ ਸਿਸਟਮ ਨੂੰ ਆਪਾਂ ਜਿਹੜਾ ਹੈਗਾ ਕਸੂਰਵਾਰ ਠਹਿਰਾਉਂਦੇ ਹਾਂ। ਔਰ ਮੈਂ ਫਿਗਰਾਂ ਦੀ ਕਿਉਂਕਿ ਗੱਲ ਚੱਲ ਰਹੀ ਹੈ, ਇੱਕ ਤੁਹਾਡੇ ਨਾਲ ਹੋਰ ਗੱਲ ਸਪਸ਼ਟ ਕਰ ਦੇਵਾਂ। ਜਿਹੜੀਆਂ ਫਿਗਰਾਂ ਨੇ ਉਹਦੇ ਮੁਤਾਬਕ 85% ਜਿਹੜੇ ਕੇਸ ਨੇ ਔਰ ਜਿਹੜੀਆਂ 85% ਦੇ ਕਰੀਬ ਮੌਤਾਂ ਨੇ ਉਹ ਇਕੱਲੀਆਂ ਲੁਧਿਆਣੇ ਸ਼ਹਿਰ ਦੇ ਵਿੱਚ ਨੇ, ਜਿਹੜੀਆਂ ਲੁਧਿਆਣੇ ਜ਼ਿਲ੍ਹੇ ਦੀਆਂ ਨੇ। ਪਿੰਡਾਂ ਦੇ ਵਿੱਚ ਸਾਰਾ ਹੀ 15-20% ਹੈਗਾ ਇਹ ਮਾਮਲਾ ਜਿਹੜੇ ਹੁਣ ਤੱਕ ਦੇ ਪੋਜ਼ੀਟਿਵ ਕੇਸ ਆਏ ਆ। ਕਿਉਂ? ਇਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿੰਡਾਂ 'ਚ ਘਰ ਦੂਰ ਬਣੇ ਹੁੰਦੇ ਨੇ, ਖੁੱਲ੍ਹੀ ਆਬੋ ਹਵਾ ਹੈ, ਬਾਹਰ ਫਸਲਾਂ ਖੜ੍ਹੀਆਂ ਨੇ, ਆਕਸੀਜਨ ਦੀ ਮਾਤਰਾ ਵੀ ਜ਼ਿਆਦਾ ਹੈ, ਔਰ ਲੋਕਾਂ ਦਾ ਆਪਸ 'ਚ ਮੇਲ ਮਿਲਾਪ, ਕਿਉਂਕਿ ਸ਼ਾਮ ਨੂੰ ਬੜੀ ਜਲਦੀ ਲੋਕ ਸੌਂ ਜਾਂਦੇ ਨੇ ਪਿੰਡਾਂ 'ਚ। ਜੇ ਤੁਸੀਂ ਜਾਓ ਆਪਦੀ ਰੋਟੀ ਖਾਧੀ, ਕੋਈ ਕਿਸੇ ਨੂੰ ਮਤਲਬ ਨਹੀਂ, ਕੋਈ ਪਾਰਟੀਆਂ ਨਹੀਂ, ਕੋਈ ਕੁਛ ਨਹੀਂ। ਔਰ ਪਿਛਲੀਆਂ ਰਿਸਟ੍ਰਿਕਸ਼ਨਾਂ ਤੋਂ ਬਾਅਦ ਤਾਂ ਲੋਕਾਂ ਨੇ, ਮੈਂ ਧੰਨਵਾਦੀ ਹਾਂ, ਵਿਆਹਾਂ ਵਗੈਰਾ 'ਤੇ ਵੀ ਜਿਹੜਾ ਹੈਗਾ ਖਰਚਾ ਵੀ ਘੱਟ ਕੀਤਾ, ਇਕੱਠ ਵੀ ਘੱਟ ਕੀਤਾ। ਸ਼ਹਿਰ ਦੇ ਵਿੱਚ ਆਪਣੀ ਮਜਬੂਰੀ ਹੁੰਦੀ ਹੈ, ਨੇੜੇ ਘਰ ਨੇ, ਗਲੀਆਂ ਨੇ, ਭੀੜੀਆਂ ਨੇ, ਇਕੱਠੇ ਰਹਿਣਾ, ਇਕੱਠੇ ਕੰਮ ਕਰਨਾ, ਦਫ਼ਤਰਾਂ 'ਚ ਜਾਣਾ, ਫੈਕਟਰੀਆਂ ਜਾਣਾ, ਇਹ ਤਾਂ ਤੁਹਾਡੀ ਮਜਬੂਰੀ ਹੈ। ਪਰ ਜਿਹੜਾ ਖਾਮਖਾਹ ਆਪਾਂ ਵੱਡੀਆਂ ਮਾਰਕੀਟਾਂ 'ਚ ਸ਼ਾਮ ਨੂੰ ਗੇੜੀ ਲਾਉਣ ਲਈ ਬਹੁਤ ਸਾਰੇ ਨੌਜਵਾਨ ਬੱਚੇ ਜਿਹੜੇ ਘੁੰਮ ਰਹੇ ਹੈਗੇ ਆ, ਜਾਂ ਫਿਰ ਆਪਾਂ ਕੋਈ ਛੋਟੀ ਮੋਟੀ ਪਾਰਟੀ ਜਿਹੜੀ ਕਰਦੇ ਹਾਂ, ਜਾਂ ਜਿਹੜਾ ਕੋਈ ਮਹੀਨੇ ਦਾ ਰਾਸ਼ਨ ਜੇ ਤੁਸੀਂ ਇੱਕ ਵਾਰ 'ਚ ਲਿਆ ਸਕਦੇ ਹੋ, ਕੁਛ ਦਿਨਾਂ ਲਈ ਆਪਾਂ ਸ਼ਾਪਿੰਗ ਨਹੀਂ ਅੱਗੇ ਪਾ ਸਕਦੇ। ਤਾਂ ਸ਼ਹਿਰ ਦੇ ਵਿੱਚ ਇਹਦਾ ਜਿਹੜਾ ਲਾਜ਼ਮ ਸੀ ਕਿ ਇਹਦਾ ਪ੍ਰਚਾਰ ਜ਼ਿਆਦਾ ਹੁੰਦਾ, ਪਰ ਇਸ ਪ੍ਰਸਾਰ ਨੂੰ ਆਪਾਂ ਅੱਧਾ ਕਰ ਸਕਦੇ ਸੀ ਜੇ ਆਪਾਂ ਥੋੜ੍ਹਾ ਜਿਹਾ ਵੀ ਆਪਦਾ ਜ਼ਿੰਮੇਵਾਰੀ ਨਿਭਾਈਏ। ਸੋ ਮੇਰੀ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਹੋਰ ਸਾਡਾ ਮਹੀਨਾ ਖੰਡ ਸਾਥ ਦੇ ਦਿਓ। ਜੇ ਆਪਾਂ ਇਹ ਸਾਰਾ ਚੀਜ਼ ਮੰਨਾਂਗੇ, ਬਿਮਾਰੀ ਤਾਂ ਇਹ ਰਹਿਣੀ ਹੈ, ਇਹਨੇ ਖਤਮ ਨਹੀਂ ਹੋਣਾ, ਪਰ ਇਹਦੀ ਆਪਾਂ ਹੁਣ ਪੀਕ ਵੱਲ ਵੱਧ ਰਹੇ ਹਾਂ। ਹੁਣ ਤੁਸੀਂ ਦੇਖੋ ਵੀ ਪਿਛਲੇ 15 ਦਿਨਾਂ ਤੋਂ 2 ਤਰੀਕ ਨੂੰ ਆਪਣੇ ਕੋਲ 306 ਕੇਸ ਆਏ ਸੀਗੇ, ਪਿਛਲੇ 15 ਦਿਨਾਂ ਤੋਂ ਲਗਾਤਾਰ 250 ਤੋਂ ਲੈ ਕੇ 300 ਤੱਕ ਕੇਸ ਆ ਰਹੇ ਆ। ਕੱਲ੍ਹ ਇੱਕ ਜਗ੍ਹਾ 'ਤੇ ਇੱਕ ਰਿਪੋਰਟ ਦੇ ਵਿੱਚੋਂ 488 ਵੀ ਰਿਪੋਰਟ ਹੋਏ ਆ, ਉਹ ਕਿਉਂਕਿ ਪਹਿਲੇ ਦਿਨ ਦੀ ਰਿਪੋਰਟ ਤੇ ਅਗਲੇ ਦਿਨ ਦੀ ਜੁੜ ਗਈ, ਬਟ ਔਨ ਐਨ ਐਵਰੇਜ ਮੈਂ ਦੇਖ ਰਿਹਾ ਵੀ ਹਰ ਰੋਜ਼ 260, 250, 240, 200, 300 ਇੰਨੇ ਕੁ ਕੇਸ ਆ ਰਹੇ ਆ। ਜੇ ਆਪਾਂ ਇਸ
ਪਲੇਟੂ ਨੂੰ, ਜਿਹਨੂੰ ਆਪਾਂ ਪਠਾਰ ਕਹਿੰਦੇ ਆ ਪੰਜਾਬੀ 'ਚ, ਵੀ ਜੇ ਆਪਾਂ ਇਹ ਗ੍ਰਾਫ ਨੂੰ ਇੱਥੇ ਰੋਕਣ 'ਚ ਕਾਮਯਾਬ ਰਹਿ ਗਏ ਮਹੀਨਾ ਸਾਰਾ, ਵੀ ਇਸ ਤੋਂ ਕੇਸ ਵਧੇ ਨਾ, ਫਿਰ ਜਿਹਨੇ ਬਿਮਾਰ ਹੋਣਾ ਉਹ ਸਾਰੇ ਇਫੈਕਟ ਹੋ ਕੇ ਆਪਣੇ ਹਸਪਤਾਲ ਵੀ ਅੱਜ ਦੀ ਡੇਟ 'ਚ ਪੂਰੇ ਨੇ। ਜੇ ਆਪਾਂ ਇਸ ਫੇਜ਼ 'ਚ ਲੰਘ ਗਏ, ਇਸ ਬਿਮਾਰੀ ਨੇ ਆਪਣੀ ਮੌਤ ਆਪੇ ਹੀ ਮਰ ਜਾਣਾ ਹੈਗਾ, ਇਹ ਬਿਮਾਰੀ ਆਪੇ ਹੀ ਖਤਮ ਹੋ ਜੂਗੀ। ਬਹਾਦਰ ਤੇ ਸਿਆਣੇ ਲੋਕ ਉਹ ਨੇ, ਜਦੋਂ ਹੁਣ ਇਹ ਦੌਰ ਪੀਕ ਦਾ ਚੱਲ ਰਿਹਾ, ਜਿਹੜੇ ਇਸ ਚੀਜ਼ ਤੋਂ ਬਚਣਗੇ ਤੇ ਆਪਣੇ ਘਰਦਿਆਂ ਨੂੰ ਬਚਾਉਣਗੇ। ਹੁਣ ਮੰਨ ਲਓ ਮੇਰੇ ਨੌਜਵਾਨ ਸਾਥੀ ਨੇ ਜਿਹੜੇ 20 ਤੋਂ 40 ਸਾਲ ਦੇ ਵਿੱਚ ਹੈਗੇ ਨੇ, ਉਹ ਬੜੀ ਸ਼ਾਨ ਨਾਲ ਮੰਨ ਲਓ ਬਾਹਰ ਘੁੰਮ ਰਹੇ ਵੀ ਸਾਡੀ ਤਾਂ ਇਮਿਊਨਿਟੀ ਜ਼ਿਆਦਾ ਹੈ, ਸਾਨੂੰ ਕੁਝ ਨਹੀਂ ਹੋਣਾ, ਪਰ ਜਦੋਂ ਉਹ ਪਰੋਸਦੇ ਨੇ ਉਹਨਾਂ ਦੇ ਕੱਪੜਿਆਂ ਨਾਲ, ਪੈਰਾਂ ਨਾਲ, ਹੱਥਾਂ ਨਾਲ, ਜਦੋਂ ਐਨਕਾਂ ਨਾਲ ਇਹ ਚੀਜ਼ ਲੱਗ ਕੇ ਉਹਨਾਂ ਦੇ ਘਰੇ ਜਾਂਦੀ ਹੈ, ਮਾਂ ਪਿਓ ਤੱਕ, ਬੱਚਿਆਂ ਤੱਕ, ਉਹ ਬੜੀ ਘਾਤਕ ਸਿੱਧ ਹੁੰਦੀ ਹੈ। ਔਰ ਮੈਂ ਇੱਕ ਗੱਲ ਹੋਰ ਦੱਸ ਦੇਵਾਂ, ਇਹ ਬਿਮਾਰੀ ਬੜੀ ਯਾਨੀ ਕਿ ਜਿਹਨੂੰ ਆਪਾਂ ਕਹੀਏ ਵੀ ਫਰੇਬੀ ਕਿਸਮ ਦੀ ਹੈਗੀ ਹੈ। ਕਈ ਘੱਟ ਉਮਰ ਦੇ ਬੰਦੇ ਵੀ ਇਸ 'ਚ ਜਾ ਰਹੇ ਆ, ਔਰ ਬੰਦਾ ਜਦੋਂ ਹਸਪਤਾਲ 'ਚ ਪਹੁੰਚਦਾ ਹੈ ਫਿਰ ਡਾਕਟਰ ਨੂੰ ਮਿਹਨਤ ਕਰਦਾ ਹੀ ਮੈਨੂੰ ਆਕਸੀਜਨ ਲਾ, ਜੋ ਮਰਜ਼ੀ ਲਾ, ਮੇਰੀ ਜਾਨ ਬਚਾ, ਔਰ ਉਹਦਾ ਪਰਿਵਾਰ ਉੱਧਰ ਚਿੰਤਾ 'ਚ ਪਿਆ ਹੁੰਦਾ, ਉੱਧਰ ਮਿਲ ਨਹੀਂ ਸਕਦੇ, ਖਾਣਾ ਨਹੀਂ ਪਹੁੰਚਾ ਸਕਦੇ, ਕੱਪੜੇ ਨਹੀਂ ਪਹੁੰਚਾ ਸਕਦੇ, ਮਤਲਬ ਬੜਾ ਔਖੀ ਕਿਸਮ ਦਾ ਇਹਦਾ ਹੈਗਾ। ਫਿਗਰਾਂ ਦੀ ਤਾਂ ਮੈਂ ਗੱਲ ਕਰ ਲਈ ਵੀ 40 ਲੱਖ 'ਚੋਂ 7,000 ਹੋ ਗਏ, ਫਿਗਰਾਂ ਤਾਂ 1% ਤੋਂ ਵੀ ਥੋੜ੍ਹੀਆਂ ਨੇ, ਪਰ ਇੱਕ ਵੀ ਬੰਦੇ ਦਾ ਜਿਹੜਾ ਦੁੱਖ ਹੈਗਾ ਪੂਰਾ ਪਰਿਵਾਰ ਦੇ, ਜੇ ਉਹਦੇ 10 ਮੈਂਬਰ ਨੇ, 20 ਉਹਦੇ ਦੋਸਤ ਨੇ, 25 ਉਹਦੇ ਵਪਾਰ ਨਾਲ ਜੁੜੇ ਨੇ, ਇੰਨੇ ਬੰਦੇ ਉਹਦੇ ਇਫੈਕਟ ਹੋ ਜਾਂਦੇ ਨੇ। ਸੋ ਇਸ ਕਰਕੇ ਆਪਾਂ ਸਮਾਜ 'ਚ ਸੁੱਖ ਵੰਡਣਾ, ਦੁੱਖ ਨਹੀਂ ਵੰਡਣਾ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਬੜੀਆਂ ਸਖਤੀਆਂ ਵੀ ਕਰ ਲਈਆਂ, ਬੇਨਤੀਆਂ ਵੀ ਕਰ ਲਈਆਂ, ਸਕੂਲ ਦੇ ਪ੍ਰਿੰਸੀਪਲਾਂ ਨਾਲ ਵੀ ਗੱਲ ਕਰ ਲਈ, ਇੰਡਸਟਰੀਲਿਸਟਾਂ ਨਾਲ ਵੀ ਗੱਲ ਕਰ ਲਈ, ਹੁਣ ਅਲਟੀਮੇਟਲੀ ਤਾਂ ਡੋਰ ਤੁਹਾਡੇ ਹੱਥ ਹੈ। ਜੇ ਆਪਾਂ ਜਿੰਨੀ ਜ਼ਿੰਮੇਵਾਰੀ ਨਾਲ ਚੱਲਾਂਗੇ, ਜੇ ਆਪਾਂ ਆਪ ਇਹ ਜ਼ਿੰਮੇਵਾਰੀ ਸਮਝਾਂਗੇ, ਔਰ ਮੇਰੇ ਤੇ ਦੁਬਾਰਾ ਤੁਸੀਂ ਭਰੋਸਾ ਰੱਖੋ, ਜਿਹੜੀ ਹੁਣ ਆਪਣੀ ਲੁਧਿਆਣੇ ਦੀ ਪੋਜੀਸ਼ਨ ਚੱਲ ਰਹੀ ਹੈ, ਆਪਾਂ ਲਗਾਤਾਰ 15 ਦਿਨਾਂ ਤੋਂ ਇੱਕ ਲੈਵਲ ਤੇ ਆਪਾਂ ਖੜੇ ਹਾਂ। ਪਹਿਲਾਂ ਅਸੀਂ 800 ਟੈਸਟ ਕਰਦੇ ਸੀ, ਫਿਰ 1200 ਕਰਨ ਲੱਗੇ, ਹੁਣ ਪਿਛਲੇ 7 ਦਿਨਾਂ ਤੋਂ ਅਸੀਂ ਲਗਾਤਾਰ 2500 ਟੈਸਟ ਕਰ ਰਹੇ ਹਾਂ। 2500 ਟੈਸਟ ਕਰਨ ਦੇ ਬਾਵਜੂਦ ਕੱਲ੍ਹ ਤਾਂ ਅਸੀਂ 3000 ਦੇ ਕਰੀਬ ਕੀਤੇ, ਅੱਜ ਵੀ 3000 ਤੋਂ ਵੱਧ ਕਰਾਂਗੇ। ਜਿਹੜੇ ਪੋਜ਼ਿਟਿਵ ਨੇ ਉਹਨਾਂ ਦੀ ਸੰਖਿਆ ਨਹੀਂ ਵਧੀ, ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਇਹਨੂੰ ਕੰਟੇਨ ਕਰਨ 'ਚ ਸਰਕਾਰੀ ਜਿਹੜੀ ਨੀਤੀ ਹੈ ਉਹਦੇ ਨਾਲ ਕਾਮਯਾਬ ਰਹੇ ਹਾਂ। ਪਰ ਤੁਸੀਂ ਹੋਰ ਸਹਿਯੋਗ ਕਰੋ, ਇਹਨੂੰ ਆਪਾਂ ਹੁਣ ਘਟਾ ਕੇ 200, ਫਿਰ 150, ਫਿਰ 100, ਇੱਦਾਂ ਇਹਨੂੰ ਟੇਪਰ ਡਾਊਨ ਕਰਕੇ ਬਿਮਾਰੀ ਨੂੰ ਘਟਾਈਏ। ਅੱਛਾ, ਹੁਣ ਇਹ ਹੈ ਵੀ ਜੇ ਕਿਸੇ ਨੂੰ ਬੈੱਡਾਂ ਬਾਰੇ ਸਮੱਸਿਆ ਆ ਰਹੀ ਹੈ ਤਾਂ ਸਾਡੀ ਇੱਕ ਐਪ ਹੈਗੀ ਹੈ HBMS, ਇਹਦਾ ਮਤਲਬ ਹੈ ਹਸਪੀਟਲ ਬੈੱਡ ਮੈਨੇਜਮੈਂਟ ਸਿਸਟਮ। ਇਹਨੂੰ ਤੁਸੀਂ ਐਂਡਰਾਇਡ ਤੋਂ ਜਾ ਕੇ ਡਾਊਨਲੋਡ ਕਰ ਲਓ, ਤੁਹਾਨੂੰ ਰੀਅਲ ਟਾਈਮ ਪੋਜੀਸ਼ਨ ਪਤਾ ਲੱਗ ਜੂ ਕਿਹੜੇ ਹਸਪਤਾਲ 'ਚ ਕਿੰਨੇ ਬੈੱਡ ਨੇ। ਇਸ ਤੋਂ ਇਲਾਵਾ ਸਾਡਾ DC ਦਾ ਜਿਹੜਾ ਪੇਜ ਹੁੰਦਾ ਹੈ ludhiana.nic.in, ਉਹਦੇ 'ਤੇ ਵੀ ਤੁਸੀਂ ਜਾ ਕੇ ਜਿਹੜਾ ਹੈਗਾ ਇਹਨੂੰ ਜਿਹੜਾ ਬੈੱਡਾਂ ਦੀ ਤੁਹਾਨੂੰ ਪੋਜੀਸ਼ਨ ਪਤਾ ਲੱਗ ਜੂਗੀ। ਔਰ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦੇਵਾਂ ਕਿ ਅਫਵਾਹਾਂ 'ਚ ਨਾ ਆਓ। ਸਰਕਾਰ ਜਿਹੜਾ ਕਹਿੰਦੀ ਹੈ ਉਹ DPRO ਦੇ ਵੈਬ ਪੇਜ 'ਤੇ ਓਫੀਸ਼ੀਅਲ ਸਾਡੀ ਇਨਫੋਰਮੇਸ਼ਨ ਪਈ ਹੁੰਦੀ ਹੈ, ਉਹਨਾਂ ਦੀ ਗੱਲ ਮੰਨੋ। ਇੱਕ ਸਾਡਾ ਡਾਕਟਰ ਵਿਸ਼ਮ ਮੋਹਨ ਤੇ 7 ਹੋਰ ਡਾਕਟਰਾਂ ਦਾ, ਜਿਸ 'ਚ ਸਿਵਲ ਸਰਜਨ ਤੇ ਹੋਰ ਦੂਜੇ ਡਾਕਟਰ ਅਤਿੰਦਰ ਤੇ ਕਈ ਵੱਡੇ ਰਿਨਾਊਂਡ ਡਾਕਟਰ ਜਿਹੜੇ ਹੈਗੇ ਨੇ, ਉਹ ਸਾਰੇ 7 ਦਾ ਗਰੁੱਪ ਬਣਿਆ ਹੈਗਾ। ਉਹ ਸੰਜੀਵਨੀ ਗਰੁੱਪ ਹੈ, ਟਾਈਮ ਟੂ ਟਾਈਮ ਤੁਹਾਨੂੰ ਸਲਾਹ ਦਿੰਦਾ ਹੈ, ਦੱਸਦਾ ਵੀ ਸਾਰੇ ਹਸਪਤਾਲਾਂ 'ਚ ਇੱਕੋ ਇਲਾਜ ਹੈ। ਉਹਨਾਂ ਦੀ ਗੱਲ ਮੰਨੋ। ਇੱਕ ਹਸਪਤਾਲ 'ਚ ਭੀੜ ਨਾ ਕਰੋ, ਜਿੱਥੇ ਥੋੜ੍ਹੇ ਪੇਸ਼ੈਂਟ ਨੇ ਉੱਥੇ ਬਲਕਿ ਤੁਹਾਡਾ ਧਿਆਨ ਵੱਧ ਰੱਖਿਆ ਜਾਂਦਾ। ਇੱਕ ਜ਼ੁਕਾਮ ਹੈ, ਥੋੜ੍ਹਾ ਜਿਹਾ ਗੰਭੀਰ ਕਿਸਮ ਦਾ ਜ਼ੁਕਾਮ ਹੈ, ਜਿਹੜਾ ਬੰਦਾ ਹੋਮ ਆਈਸੋਲੇਸ਼ਨ 'ਚ ਰਹਿ ਕੇ ਘਰੇ ਚੰਗਾ ਖਾ ਪੀ ਸਕਦਾ ਘਰੇ ਰਵੇ। ਜਿਹਨੂੰ ਹਸਪਤਾਲ 'ਚ ਜਾਣ ਦੀ ਲੋੜ ਹੈ ਪਹਿਲਾਂ ਛੋਟੇ 'ਚ ਜਾਵੇ, ਜੇ ਕੋਈ ਬਹੁਤ ਹੀ ਗੰਭੀਰ ਹੈ ਫਿਰ ਵੱਡਿਆਂ ਵੱਲ ਭੱਜੋ। ਆਪਾਂ ਭੀੜ ਕਰਕੇ ਉੱਥੇ ਖਾਮਖਾਹ ਆਪਣੇ ਆਪ ਨੂੰ ਅਫੈਕਟ ਕਰਦੇ ਹਾਂ। ਥੋੜ੍ਹੇ ਜਿਹਾ ਆਪਾਂ ਸਾਰੇ ਇਸ 'ਚ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰੀਏ। ਅੱਜ ਦੇ ਜਿਹੜੇ ਸਵਾਲ ਆਏ ਨੇ, ਸੁਰਿੰਦਰ ਭਾਨ ਜੀ ਇਹ ਕਹਿੰਦੇ ਵੀ ਸਪੋਰਟਸ ਅਲਾਓ ਕਰੋ। ਦੇਖੋ ਸੁਰਿੰਦਰ ਭਾਨ ਜੀ, ਸਪੋਰਟਸ ਪਹਿਲਾਂ ਹੀ ਅਲਾਊਡ ਨੇ, ਜਿਮ ਵੀ ਗਵਰਨਮੈਂਟ ਨੇ ਅਲਾਓ ਕਰਤੇ। ਸਿਰਫ ਰਿਸਟ੍ਰਿਕਸ਼ਨ ਇਹ ਹੈ ਕਿ ਵੀ ਖੇਡਾਂ ਕਰਨ ਦੇ ਵਿੱਚ ਪਹਿਲਾਂ ਹੁੰਦਾ ਸੀ ਜਿਵੇਂ ਸੱਭਿਆਚਾਰਕ ਮੇਲੇ ਕਰ ਲਏ, ਗਾਇਕ ਗਾ ਰਹੇ ਆ, ਲੋਕ ਇਕੱਠੇ ਹੋ ਰਹੇ ਆ, ਉਹ ਸਪੈਕਟੇਟਰਸ ਆਰ ਨਾਟ ਅਲਾਊਡ। ਤੁਸੀਂ ਖੇਡਣਾ ਹੈ, ਭੱਜਣਾ ਹੈ, ਦੌੜਨਾ ਹੈ, ਸੈਰ ਕਰਨੀ ਹੈ, ਜਿਮ ਕਰਨਾ, ਜੋ ਮਰਜ਼ੀ ਕਰੋ, ਸਾਡੇ ਵੱਲੋਂ ਕੋਈ ਤੁਹਾਨੂੰ ਮਨਾਹੀ ਨਹੀਂ ਹੈਗੀ। ਮਿਲਨ ਸੂਦ ਜੀ ਕਹਿੰਦੇ ਨੇ ਵੀ ਸਬਜ਼ੀ ਮੰਡੀ ਸ਼ਨੀ ਐਤਵਾਰ ਖੁੱਲ੍ਹ ਸਕਦੀ ਹੈ ਕਿ ਨਹੀਂ ਖੁੱਲ੍ਹ ਸਕਦੀ। ਸ਼ਨੀ ਐਤਵਾਰ ਬਾਰੇ ਬੜੇ ਲੋਕਾਂ ਨੂੰ ਇਹ ਇੱਕ ਮੁਗਾਲਤਾ ਹੈਗਾ। ਮੈਂ ਇਹ ਕਲੀਅਰ ਕਰ ਦੇਵਾਂ ਕਿ ਸ਼ਨੀ ਐਤਵਾਰ ਜਿਹੜਾ ਹੈਗਾ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਨੇ, ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਜ਼ਰੂਰੀ ਵਸਤਾਂ ਕੀ ਨੇ? ਜ਼ਰੂਰੀ ਵਸਤਾਂ ਉਹ ਨੇ ਜਿਨ੍ਹਾਂ ਨੂੰ ਖਾਧੇ ਬਗੈਰ ਬੰਦਾ ਜਿਉਂਦਾ ਨਹੀਂ ਰਹਿ ਸਕਦਾ। ਭਾਵ ਉਸ 'ਚ ਦੁੱਧ ਆ ਗਿਆ ਤੁਹਾਡਾ, ਸਬਜ਼ੀ ਆ ਗਈ, ਅਨਾਜ ਆ ਗਏ, ਪਰਚੂਨ ਵਾਲਾ ਜਿਹੜਾ ਸਮਾਨ ਹੋ ਗਿਆ, ਖਾਣ ਪੀਣ ਦਾ ਸਮਾਨ ਹੋ ਗਿਆ, ਇਹ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਉਸ ਤੋਂ ਇਲਾਵਾ ਪੈਟਰੋਲ ਬਗੈਰ ਤੁਹਾਡੀ ਗੱਡੀ ਨਹੀਂ ਚੱਲਣੀ। ਮੰਨ ਲਓ ਕੋਈ ਬੰਦਾ ਬਿਮਾਰ ਹੋ ਗਿਆ, ਉਹਨੂੰ ਐਂਬੂਲੈਂਸ 'ਤੇ ਕਿਵੇਂ ਲੈ ਕੇ ਜਾਓਗੇ? ਪੈਟਰੋਲ ਪੰਪ ਤੁਹਾਡੇ ਖੁੱਲ੍ਹੇ ਰਹਿਣਗੇ। ਕਿਸੇ ਨੇ ਵਿਆਹ ਸ਼ਾਦੀ ਪਹਿਲਾਂ ਹੀ ਫਿਕਸ ਕੀਤੀ ਹੈ, ਕਿਸੇ ਦਾ ਕੋਈ ਭੋਗ ਹੈ, ਕਿਸੇ ਹੋਟਲ 'ਚ ਫਿਕਸ ਕੀਤਾ ਹੈ, ਜਿਵੇਂ ਉਹਦੀ ਮੰਨ ਲਓ ਵਿਆਹ ਕਿਸੇ ਨੇ 30 ਬੰਦਿਆਂ ਦੇ ਨਾਲ, ਉਸ ਤੋਂ ਵੱਧ ਨਹੀਂ ਕਰਨਾ, ਪਰ ਉਹ ਸ਼ਨੀ ਐਤਵਾਰ ਹੋ ਸਕਦਾ ਹੈਗਾ।
ਬਟ ਉਸ 'ਚ ਆਪਾਂ ਕੋਈ ਇਹ ਨਹੀਂ ਕਰਨਾ। ਕਈ ਲੋਕ ਦੇਖੋ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਵੀ ਉੱਥੇ 4 ਬੁਕਿੰਗਾਂ ਕਰ ਲੀਆਂ, 30 ਦੇ 4 ਇਕੱਠ ਕਰ ਲਏ। ਇਹ ਕੋਈ ਗੱਲ ਹੈ ਯਾਰ? ਜੇ ਤੁਹਾਡੇ ਸਾਰੇ ਰਿਸ਼ਤੇਦਾਰ ਹੀ ਬਿਮਾਰ ਹੋ ਗਏ, ਕੋਈ ਬਹੁਤ ਸਿਆਣੀ ਗੱਲ ਹੈ? ਆਪਾਂ ਸਾਰੇ ਇਸ ਗੱਲ ਨੂੰ ਸਮਝੀਏ। ਸ਼ਨੀ ਐਤਵਾਰ ਨੂੰ ਵਿਆਹ ਕਰਨਾ ਅਲਾਊਡ ਹੈਗਾ, ਬਟ ਜਿਹੜੀ 30 ਦੀ ਰਿਸਟ੍ਰਿਕਸ਼ਨ ਆ ਉਹ ਕਾਇਮ ਰਹੇਗੀ। ਬਾਕੀ ਦੀਆਂ ਗੈਰ ਜ਼ਰੂਰੀ ਦੁਕਾਨਾਂ ਨਹੀਂ ਖੋਲ੍ਹਣੀਆਂ। ਮੈਂ ਦੁਬਾਰਾ ਕਹਿ ਰਿਹਾ, ਜਿਹਨੇ ਤੁਹਾਡੀ ਦੁਕਾਨ ਤੋਂ ਸਮਾਨ ਖਰੀਦਣਾ ਉਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੀ ਖਰੀਦ ਸਕਦਾ। ਜੇ ਤੁਸੀਂ ਸ਼ਨੀ ਐਤਵਾਰ ਬੰਦ ਕਰਤੀ, ਮੰਨ ਲਓ ਕੋਈ ਸਪੇਅਰ ਪਾਰਟਸ ਦੀ ਦੁਕਾਨ ਬੰਦ ਕਰਤੀ ਜਾਂ ਕੋਈ ਹੋਰ ਕਰਤੀ, ਅਗਲਾ ਆਪੇ ਸੋਮਵਾਰ ਨੂੰ ਤੁਹਾਡੇ ਕੋਲ ਆਊਗਾ। ਆਪਦੇ ਬੱਚਿਆਂ ਨੂੰ ਟਾਈਮ ਦਿਓ। ਕੀ ਤੁਸੀਂ ਰੱਬ ਦਾ ਵਾਸਤਾ ਆਪਦੇ ਬੱਚਿਆਂ ਲਈ 4-5 ਹਫ਼ਤੇ ਧੰਮਲ ਨਹੀਂ ਕਰ ਸਕਦੇ? ਜੇ ਆਪਾਂ 4-5 ਹਫ਼ਤੇ ਧੰਮਲ ਕਰਾਂਗੇ, ਉਸ ਤੋਂ ਬਾਅਦ ਇਸ ਬਿਮਾਰੀ ਨੇ ਥੱਲੇ ਆਉਣਾ ਸ਼ੁਰੂ ਹੋ ਜਾਣਾ। ਕਈ ਲੋਕ ਇਹਨੂੰ ਤੋੜਨ ਦੇ ਕੋਈ ਤਰੀਕੇ ਕੱਢਦੇ ਰਹਿੰਦੇ ਆ। ਕਿਰਪਾ ਕਰਕੇ ਕੁਛ ਨਾ ਕਰੋ, ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਅੱਛਾ, ਇਹ ਕੁਲਵਿੰਦਰ ਚਾਵਲਾ ਜੀ ਦਾ ਇੱਕ ਸਲਾਹ ਹੈਗੀ ਹੈ ਵੀ 7 ਵਜੇ ਜਿਹੜੀਆਂ ਦੁਕਾਨਾਂ ਨੂੰ ਕਲੋਜ਼ ਕਰੋ। ਗਵਰਨਮੈਂਟ ਇਹਦੇ 'ਤੇ ਵਿਚਾਰ ਕਰ ਰਹੀ ਹੈਗੀ ਹੈ, ਪਰ ਅਸੀਂ ਗਵਰਨਮੈਂਟ ਦੇ ਤਾਂ ਨੌਕਰ ਹੈ। ਜੋ ਉੱਪਰੋਂ ਆਦੇਸ਼ ਆਉਂਦਾ ਅਸੀਂ ਉਹੀ ਲਾਗੂ ਕਰਨਾ। ਤੁਹਾਡਾ ਸੁਝਾਅ ਚੰਗਾ, ਅਸੀਂ ਦੇ ਦਾਂਗੇ। ਖਾਸ ਕਰ ਵੱਡੇ ਸ਼ਹਿਰ ਜਿੱਥੇ ਜ਼ਿਆਦਾ ਫੈਲ ਰਹੀ ਹੈ, ਉੱਥੇ ਜੇ ਸਾਨੂੰ ਲੋੜ ਪਈ ਜਾਂ ਸਰਕਾਰ ਨੇ ਅਲਾਓ ਕੀਤਾ ਤਾਂ ਆਪਾਂ ਜਲਦੀ ਬੰਦ ਵੀ ਕਰ ਸਕਦੇ ਹਾਂ। ਵਰਿੰਦਰਪਾਲ ਜੀ ਕਹਿੰਦੇ ਲੋਕਡਾਊਨ ਕਰੋ। ਲੋਕਡਾਊਨ ਦਾ ਮੈਂ ਪਹਿਲਾਂ ਵੀ 3-4 ਵਾਰੀ ਕਹਿ ਚੁੱਕਿਆ। ਲੋਕਡਾਊਨ ਐਟ ਦੀ ਸਟੇਜ ਇਹਦਾ ਕੋਈ ਹੱਲ ਨਹੀਂ ਹੈ। ਲੋਕਡਾਊਨ ਪਹਿਲਾਂ ਕਰਕੇ ਲੋਕਾਂ ਨੂੰ ਸੈਂਸਿਟਾਈਜ਼ ਕਰਨਾ ਸੀ, ਇਹਦੀ ਪਹਿਲੀ ਵੇਵ ਨੂੰ ਰੋਕਣਾ ਸੀ। ਸਾਡੇ ਹਸਪਤਾਲਾਂ ਦੀ ਤਿਆਰੀ ਪੂਰੀ ਹੈ। ਹੁਣ ਤਾਂ ਲੋਕਡਾਊਨ ਆਈ ਹੈ ਜਿਹੜਾ ਮੇਰੇ ਮੂੰਹ 'ਤੇ ਲੱਗਿਆ। ਜੇ ਤੁਸੀਂ ਸਾਰੇ ਵਰਿੰਦਰ ਜੀ ਤਹਈਆ ਕਰ ਲਓ ਵੀ 100% ਬੰਦੇ 14 ਦਿਨਾਂ ਲਈ ਇਹ ਲਾ ਲਓ ਤੁਸੀਂ ਮਾਸਕ, ਇਹ ਆਪਣੇ ਆਪ ਹੀ 14 ਦਿਨਾਂ ਦਾ ਲੋਕਡਾਊਨ ਨਹੀਂ ਹੈ। ਉਸ ਤੋਂ ਬਾਅਦ ਇਹ ਬਿਮਾਰੀ ਖਤਮ ਹੋ ਜਾਣੀ ਹੈ। ਮੇਗਾ ਮੋਹਿਤ ਗੁਲਾਟੀ ਜੀ ਨੇ ਕਿਹਾ ਹੈ ਕਿ ਵੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਹੋ ਰਹੀ। ਖਾਸ ਕਰ ਜਿਹੜੇ ਕਲੈਕਸ਼ਨ ਸੈਂਟਰ ਨੇ ਇਹਨਾਂ ਨੇ ਸਾਡਾ ਇੱਕ ਬੜੀ ਅੱਛੀ ਕ੍ਰਿਟਿਸਿਜ਼ਮ ਭੇਜੀ ਹੈ ਵੀ ਮੈਰੀਟੋਰੀਅਸ ਸਕੂਲ 'ਚ ਭੀੜ ਹੈ। ਮੇਗਾ ਜੀ ਤੁਹਾਡਾ ਜਿਹੜਾ ਸੁਝਾਅ ਹੈਗਾ, ਕ੍ਰਿਟਿਸਿਜ਼ਮ ਹੈ, ਸਿਰ ਮੱਥੇ ਪੋਜ਼ੀਟਿਵ ਕ੍ਰਿਟਿਸਿਜ਼ਮ ਹੈ ਔਰ ਅਸੀਂ ਇਹਨੂੰ ਸਵਾਗਤ ਕਰਦੇ ਹਾਂ। ਮੈਂ ਜਿਹੜੇ ਉੱਥੋਂ ਦੇ ਕੰਟਰੋਲਿੰਗ ਆਫਿਸਰ ਨੇ ਉਹਨਾਂ ਨੂੰ ਕਹੂੰਗਾ ਵੀ ਇੰਸ਼ੋਰ ਕਰਨ ਸਿਵਲ ਸਰਜਨ ਸਾਹਿਬ SDM ਵੈਸਟ ਕਿ ਵੀ ਉੱਥੇ ਭੀੜ ਨਾ ਹੋਵੇ। ਪਰ ਇਹਦੇ ਨਾਲੋਂ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਪਿਛਲੇ ਹਫ਼ਤੇ ਤੱਕ ਜ਼ਰੂਰ ਮੈਰੀਟੋਰੀਅਸ 'ਚ ਭੀੜ ਸੀ। ਉਹ ਹੋਮ ਆਈਸੋਲੇਸ਼ਨ ਵਾਲੇ ਬੰਦਿਆਂ ਕਰਕੇ ਸੀ। ਹੁਣ ਅਸੀਂ ਹੋਮ ਆਈਸੋਲੇਸ਼ਨ ਔਨਲਾਈਨ ਅਲਾਓ ਕਰਤੀ ਹੈਗੀ ਹੈ। ਔਨਲਾਈਨ ਦੇ ਨਾਲ ਉੱਥੇ ਭੀੜ ਬਹੁਤ ਘਟ ਗਈ। ਤੁਸੀਂ ਰੀਚੈੱਕ ਕਰਿਓ, ਮੇਰੇ ਹਿਸਾਬ ਨਾਲ ਉੱਥੇ ਕਾਫੀ ਹੁਣ ਤੁਹਾਨੂੰ ਪਹਿਲਾਂ ਜਿੰਨੀ ਭੀੜ ਨਹੀਂ ਦਿਖੂਗੀ। ਉਸ ਤੋਂ ਬਾਅਦ ਗੁਰਿੰਦਰ ਸਿੰਘ MP ਸਾਹਿਬ ਇਹ ਕਹਿੰਦੇ ਨੇ ਕਿ 2.5 ਕਰੋੜ ਦੇ ਕੋਵਿਡ ਦੇ ਚਲਾਨ ਹੋ ਗਏ, ਜਿਹੜੀ ਵਾਇਲੇਸ਼ਨ ਕੀਤੀਆਂ। ਫਿਰ ਇੰਨੇ ਜ਼ਿਆਦਾ ਪੇਸ਼ੈਂਟ ਕਿਉਂ ਆ ਰਹੇ ਆ? ਰਸ਼ ਵੱਧ ਰਿਹਾ ਮਾਰਕੀਟਾਂ ਵਿੱਚ। ਦੇਖੋ ਗੁਰਿੰਦਰ ਸਿੰਘ ਜੀ, ਗੱਲ ਤਾਂ ਇਹ ਹੈ ਵੀ ਬੰਦੇ ਨੇ ਰੋਟੀ ਕਮਾਉਣ ਲਈ ਤਾਂ ਮਾਰਕੀਟ ਜਾਣਾ ਹੈ। ਕਿਸੇ ਨੂੰ ਕੋਈ ਜ਼ਰੂਰੀ ਚੀਜ਼ ਹੈ ਉਹ ਜਾਣਾ। ਪਹਿਲਾਂ ਹੀ ਮੈਂ ਇਸ 'ਤੇ ਬਹੁਤ ਬੋਲ ਚੁੱਕਿਆ। ਲੋਕਾਂ ਨੂੰ ਲੱਗਣਾ ਵੀ ਇਹ ਕਹਿੰਦਾ ਰਹਿੰਦਾ, ਪਰ ਜਿਹਨੂੰ ਜੋ ਸਮਾਨ ਦੀ ਲੋੜ ਹੈ ਇੱਕ ਵਾਰ 'ਚ ਖਰੀਦ ਲਿਆਓ ਭਰਾ ਮੇਰਿਓ। ਔਰ ਇਹ ਕੋਸ਼ਿਸ਼ ਕਰੋ, ਆਪਦੇ ਮਨ ਨੂੰ 3 ਵਾਰ ਪੁੱਛੋ, ਘਰੋਂ ਬਾਹਰ ਕਦਮ ਕੱਢਦੇ ਹਾਂ, ਬਾਹਰ ਇਹ ਕਰੋਨਾ ਨਾਮਕ ਅੱਗ ਵਰ ਰਹੀ ਹੈ, ਬਾਹਰ ਵਾਇਰਸ ਦਨਾਦਨ ਤੁਰਿਆ ਫਿਰ ਰਿਹਾ ਨੁਕਸਾਨ ਕਰਨ ਲਈ। ਤੁਸੀਂ ਆਪਦੇ ਮਨ ਨੂੰ ਪੁੱਛੋ ਵੀ ਕੀ ਮੇਰੇ ਜਾਏ ਬਗੈਰ ਸਰ ਸਕਦਾ? ਜੇ ਸਰ ਸਕਦਾ ਤਾਂ ਰੁਕ ਜਾਓ। ਕਿਸੇ ਵਿਆਹ ਸ਼ਾਦੀ 'ਤੇ ਜਾਏ ਬਗੈਰ ਸਰ ਸਕਦਾ, 25-30 ਬੰਦੇ ਜਿਹੜੇ ਮੇਨ ਆ ਉਹ ਕਰ ਲਓ। ਬਾਜ਼ਾਰਾਂ 'ਚ ਭੀੜ ਨਾ ਕਰੋ। ਮੈਂ ਤੇ CP ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਮੇਨ ਬਾਜ਼ਾਰਾਂ 'ਚ ਵੀ ਜਾ ਕੇ ਲੋਕਾਂ ਨੂੰ ਬੇਨਤੀ ਕਰਾਂਗੇ, ਪਰ ਆਪਾਂ ਬਾਜ਼ਾਰਾਂ 'ਚ ਭੀੜ ਨਾ ਕਰੀਏ। ਗੁਰਿੰਦਰ ਜੀ ਦਾ ਬੜਾ ਅੱਛਾ ਸੁਝਾਅ ਹੈਗਾ। ਆਪਾਂ ਸਾਰੇ ਇਕੱਲਾ ਨਿਰਾ ਪੂਰਾ ਜੁਰਮਾਨਾ ਹੁੰਦਾ ਘੱਟ ਸਮਝ ਵਾਲੇ ਲੋਕਾਂ 'ਤੇ। ਤੁਸੀਂ ਤਾਂ ਐਡੇ ਸਿਆਣੇ, ਪੰਜਾਬ ਦੇ ਮਾਨਚੈਸਟਰ ਦੇ ਵਸਨੀਕ ਹੋ, ਸਾਰੇ ਐਡੇ ਸਿਆਣੇ ਹੋ, ਤੁਹਾਨੂੰ ਇੰਨੇ ਜੁਰਮਾਨਿਆਂ ਦੀ ਲੋੜ ਨਹੀਂ। ਮੈਨੂੰ ਲੱਗਦਾ ਮੇਰੇ ਮੂੰਹੋਂ ਕਹਿਣ ਨਾਲ ਹੀ ਤੁਸੀਂ ਮੰਨ ਜਾਓਗੇ ਸਾਰਾ। ਅਰਵਿੰਦਰ ਜੀ ਫਿਰ ਲੋਕਡਾਊਨ ਕਹਿੰਦੇ ਹੈਗੇ ਆ, ਇਹ ਮੈਂ ਪਹਿਲਾਂ ਹੀ ਦੱਸ ਹੀ ਚੁੱਕਿਆ ਵੀ ਲੋਕਡਾਊਨ ਇਜ਼ ਨਾਟ ਆਪਸ਼ਨ। ਲੋਕਡਾਊਨ ਮੂੰਹ ਵਾਲਾ ਲੋਕਡਾਊਨ ਲਾਣਾ, ਸਾਬਣ ਵਾਲਾ ਲੋਕਡਾਊਨ ਲਾਣਾ। ਲੋਕਡਾਊਨ ਆਪਾਂ ਵਾਇਰਸ 'ਤੇ ਲਾਣਾ, ਲੋਕਾਂ ਦੇ ਰੁਜ਼ਗਾਰ 'ਤੇ ਲੋਕਡਾਊਨ ਨਹੀਂ ਲਾਣਾ। ਉਹ ਕਹਿੰਦੇ ਆ ਵੀ ਦੇਰ ਸ਼ੁੱਡ ਬੀ ਵੈਬਸਾਈਟ ਪੋਰਟਲ ਟੂ ਚੈੱਕ ਰਿਪੋਰਟ ਆਫ RT-PCR। ਪੱਤਰਾ ਸਾਹਿਬ ਇਹ ਤੁਹਾਡਾ ਸੁਝਾਅ ਚੰਗਾ ਹੈ। ਇਹ ਪਹਿਲਾਂ ਲੋਕਾਂ ਨੂੰ ਚਲੇ ਜਾਂਦਾ ਸੀ ਟੈਸਟ। ਇਸ 'ਚ ਕਈ ਲੋਕ ਨਾ ਮੁੜ ਕੇ ਜਿਹੜੀਆਂ ਫਾਰਮੈਲਿਟੀਜ਼ ਹੁੰਦੀਆਂ ਨੇ, ਪੋਜ਼ੀਟਿਵ ਬੰਦੇ ਦੇ ਕੰਟੈਕਟ ਵਗੈਰਾ ਟਰੇਸ ਕਰਨੇ ਹੁੰਦੇ ਆ। ਕਈ ਵਾਰ ਇੱਦਾਂ ਦਾ ਵੀ ਹੋਇਆ ਵੀ ਬੰਦੇ ਨੂੰ ਜਦੋਂ ਟੈਸਟ ਪਤਾ ਲੱਗ ਜਾਂਦਾ, ਨਾਲ ਦੀ ਨਾਲ ਪੂਰੇ ਦੇ ਪੂਰੇ ਪਰਿਵਾਰ ਹੀ ਇੱਧਰ ਉੱਧਰ ਖਿਸਕ ਜਾਂਦੇ ਹੈਗੇ ਆ। ਇਹ ਲੋਕਾਂ ਦੇ ਸਹਿਯੋਗ ਲੈਣ ਲਈ ਓਵਰਆਲ ਤਜਰਬਿਆਂ ਦੇ ਆਧਾਰ 'ਤੇ ਔਰ ਕਿਸੇ ਦੀ ਇਨਫੋਰਮੇਸ਼ਨ ਲੀਕ ਕਰਨਾ ਵੀ ਕੌਣ ਪੋਜ਼ੀਟਿਵ ਕੌਣ ਨਹੀਂ ਪੋਜ਼ੀਟਿਵ, ਇਹ ਬੜਾ ਸੋਚ ਸਮਝ ਕੇ ਇਹਦੇ ਪ੍ਰੋਟੋਕੋਲ ਬਣੇ ਆ ਕੇਂਦਰ ਸਰਕਾਰ ਵੱਲੋਂ। ਉਹਦੇ ਮੁਤਾਬਕ ਇਹ ਅਸੀਂ ਕਰ ਰਹੇ ਹਾਂ। ਔਰ SMS ਵਗੈਰਾ ਤਾਂ ਅਸੀਂ ਭੇਜਦੇ ਹੀ ਹਾਂ ਵੀ ਤੁਹਾਡਾ ਟੈਸਟ ਚਲਿਆ ਗਿਆ, ਉਹਦੀ ਕੀ ਰਿਪੋਰਟ ਆਈ ਹੈ। ਅੱਛਾ, ਇੱਕ ਪਲੀਜ਼ ਇੰਪੋਜ਼ ਰਿਸਟ੍ਰਿਕਸ਼ਨ ਫॉर 15 ਡੇਜ਼। ਇਹ ਮੈਂ ਪਹਿਲਾਂ ਹੀ ਇਹਦਾ ਜਵਾਬ ਦੇ ਦਿੱਤਾ। 15 ਦਿਨਾਂ ਦਾ ਆਪਾਂ ਆਪਦੇ 'ਤੇ ਉਹ ਲਾਈਏ। ਅੱਛਾ, ਇੱਕ ਅਗਲੇ ਗੋਲਡੀ ਭਗਤ ਜੀ ਕਹਿੰਦੇ ਨੇ, ਕਹਿੰਦੇ ਵੀ
ਲੁਧਿਆਣਾ ਐਡਮਿਨਿਸਟ੍ਰੇਸ਼ਨ ਲੋਕਲ ਟਰਾਂਸਮਿਸ਼ਨ ਨੂੰ ਰੋਕਣ ਲਈ ਕੀ ਕਰ ਰਹੀ ਹੈ? ਦੇਖੋ ਗੋਲਡੀ ਭਗਤ ਜੀ, ਜੇ ਕੋਈ ਚੋਰ ਹੁੰਦਾ ਨਾ, ਚੋਰ ਕੋਈ ਡਾਕੂ ਹੁੰਦਾ, ਉਹਨੂੰ ਫੜ ਕੇ ਅਸੀਂ ਸਲਾਖਾਂ ਦੇ ਮਗਰ ਕਰ ਦਿੰਦੇ। ਇਹ ਵਾਇਰਸ ਹੈ, ਇਹ ਤਾਂ ਨੰਗੀ ਅੱਖ ਨਾਲ ਦਿਖਦਾ ਵੀ ਨਹੀਂ, ਬਹੁਤ ਵੱਡੇ ਖੁਰਦਬੀਨ ਰਾਹੀਂ ਦਿਖਦਾ ਹੈ। ਇਹਨੂੰ ਰੋਕਣ ਦੇ ਲਈ ਅਸੀਂ ਤੁਹਾਡਾ ਸਹਿਯੋਗ ਲੈ ਰਹੇ ਹਾਂ। ਮਿਸ਼ਨ ਫਤਿਹ ਅਸੀਂ ਚਲਾਇਆ, ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਂਦੇ ਹਾਂ, ਜਿਹੜੇ ਲੋਕਾਂ ਨੂੰ ਕੁਆਰੰਟਾਈਨ ਕਰਨਾ ਉਹ ਕਰਦੇ ਹਾਂ, ਘਰਾਂ ਦੇ ਹੋਮ ਆਈਸੋਲੇਸ਼ਨ 'ਚ ਲੱਗਦੇ ਹਾਂ, ਹਸਪਤਾਲਾਂ ਦਾ ਇਲਾਜ ਕਰਦੇ ਹਾਂ, ਬਾਰ-ਬਾਰ ਬੇਨਤੀਆਂ ਕਰਦੇ ਹਾਂ, ਰਜੂਈਆਂ ਕਰਦੇ ਹਾਂ ਵੀ ਆਪਦੇ ਘਰਾਂ 'ਚ ਰਹੋ। ਸੋ ਅਸੀਂ ਤਾਂ ਦਿਨ ਰਾਤ ਲੱਗੇ ਹਾਂ। ਸਾਨੂੰ ਤੁਹਾਡੇ ਹੁਣ ਸਹਿਯੋਗ ਦੀ ਲੋੜ ਹੈ ਵੀ ਤੁਸੀਂ ਇਕੱਲਾ ਜਣਾ ਆਪਦੀ ਜ਼ਿੰਮੇਵਾਰੀ ਸਮਝੋ, ਆਪਦੇ ਘਰਾਂ 'ਚ ਰਹੋ। ਸਿਰਫ ਰੁਜ਼ਗਾਰ ਕਮਾਉਣ ਲਈ, ਜ਼ਰੂਰੀ ਕੰਮਾਂ ਲਈ ਬਾਹਰ ਜਾਓ ਔਰ ਇਸ ਬਿਮਾਰੀ ਤੋਂ ਬਚੋ। ਇਸ ਤੋਂ ਅੱਗੇ ਡਾਕਟਰ ਸਤਭੂਸ਼ਣ ਪਾਂਧੀ ਸਾਹਿਬ ਇਹ ਕਹਿੰਦੇ ਹੈ ਟੂ ਮੇਕ ਰੀਅਲੀ ਸਮਾਰਟ ਸਫੀਸ਼ੀਐਂਟ ਨੰਬਰ ਆਫ ਵੈਂਟੀਲੇਟਰ ਸ਼ੁੱਡ ਬੀ ਪਰਚੇਜ਼ਡ ਫਰੋਮ ਸਮਾਰਟ ਸਿਟੀ ਫੰਡਾਂ 'ਚੋਂ ਖਰੀਦੋ। ਪਾਂਧੀ ਸਾਹਿਬ ਆਈਡੀਆ ਤੁਹਾਡਾ ਬੜਾ ਚੰਗਾ ਹੈ, ਬਟ ਇਕੱਲਾ ਵੈਂਟੀਲੇਟਰ ਆਪਦੇ ਆਪ 'ਚ ਇਹਦਾ ਹੱਲ ਨਹੀਂ। ਵੈਂਟੀਲੇਟਰ ਚਾਹੀਦੇ ਜ਼ਰੂਰ ਹੈ, ਜਿੰਨੇ ਸਾਨੂੰ ਵੈਂਟੀਲੇਟਰ ਚਾਹੀਦੇ ਹੈ 13 ਨਾਨ ਇਨਵੇਸਿਵ ਵੈਂਟੀਲੇਟਰ ਅਤੇ 3 ਹਾਈ ਫਲੋ ਨੋਜ਼ਲ ਆਕਸੀਜਨ ਦਾ ਜਿਹੜਾ ਸਿਸਟਮ ਹੁੰਦਾ, ਨੇਜ਼ਲ ਆਕਸੀਜਨ ਦਾ ਜਿਹੜਾ ਸਿਸਟਮ ਹੈ HFNO ਉਹਨੂੰ ਕਹਿੰਦੇ ਆ, ਉਹ ਅਸੀਂ ਆਲਰੇਡੀ ਜਿਹੜਾ ਸਿਵਲ ਹਸਪਤਾਲ 'ਚ ਪ੍ਰੋਵਾਈਡ ਕਰ ਚੁੱਕੇ ਹਾਂ। ਟੈਕਨੀਕਲ ਟਰਮ ਹੈ, ਡਾਕਟਰ ਜ਼ਿਆਦਾ ਜਾਣਦੇ ਆ, ਮੈਨੂੰ ਤਾਂ ਨਹੀਂ ਪਤਾ। 16 ਤਾਂ ਸਿਵਲ ਹਸਪਤਾਲ 'ਚ ਨੇ। ਇਸ ਤੋਂ ਇਲਾਵਾ 213 ਲੈਵਲ 3 ਬੈੱਡ ਨੇ ਪ੍ਰਾਈਵੇਟ ਹਸਪਤਾਲਾਂ 'ਚ, ਜਿਨ੍ਹਾਂ 'ਚ ਇਸ ਕੋਲ 10 ਦੇ ਕਰੀਬ ਵੈਂਟੀਲੇਟਰ ਨੇ। ਅੱਜ ਤੱਕ ਕਿਸੇ ਵੀ ਦਿਨ 21 ਤੋਂ ਵੱਧ ਵੈਂਟੀਲੇਟਰ ਨਹੀਂ ਇੱਕ ਦਿਨ 'ਚ ਲੱਗੇ। ਵੈਂਟੀਲੇਟਰ 'ਤੇ ਬਹੁਤ ਥੋੜ੍ਹੇ ਬੰਦੇ ਜਾਂਦੇ ਨੇ, ਔਰ ਵੈਂਟੀਲੇਟਰ 'ਤੇ ਜਿਹੜਾ ਬੰਦਾ ਪਹੁੰਚ ਗਿਆ, ਆਮ ਆਕਸੀਜਨ ਨੂੰ ਵੈਂਟੀਲੇਟਰ ਨਾ ਸਮਝੋ। ਆਮ ਆਕਸੀਜਨ ਦੇ ਤਾਂ ਸਾਡੇ ਕੋਲ ਬਹੁਤ ਬੈੱਡ ਨੇ, 500-600 ਬੈੱਡ ਤਾਂ ਅਸੀਂ ਸਰਕਾਰ 'ਚ ਹੀ ਬਣਾਈ ਬੈਠੇ ਹਾਂ। 800 ਬੈੱਡ ਮੈਂ ਤੁਹਾਨੂੰ ਦੱਸਿਆ ਪ੍ਰਾਈਵੇਟ 'ਚ ਹੈਗੇ ਆਕਸੀਜਨ ਵਾਲੇ। ਵੈਂਟੀਲੇਟਰ ਦਾ ਮਤਲਬ ਹੁੰਦਾ ਜਦੋਂ ਆਰਟੀਫਿਸ਼ੀਅਲ ਬਣਾਉਟੀ ਸਾਹ ਆਪਾਂ ਦਿੰਦੇ ਹਾਂ, ਉਹ ਬਹੁਤ ਥੋੜ੍ਹੇ ਬੰਦੇ ਪਹੁੰਚਦੇ ਆ। ਅੱਜ ਤੱਕ ਲੁਧਿਆਣੇ 'ਚ ਇੱਕ ਦਿਨ 'ਚ 21 ਤੋਂ ਵੱਧ ਬੰਦੇ ਵੈਂਟੀਲੇਟਰ 'ਤੇ ਨਹੀਂ ਗਏ, ਔਰ ਜੇ ਇਹਦੀ ਪੀਕ ਵੀ ਆ ਗਈ ਤਾਂ 50-60 ਤੋਂ ਵੱਧ ਪ੍ਰੋਜੈਕਸ਼ਨ ਨਹੀਂ ਵੀ ਇੱਕ ਦਿਨ 'ਚ ਲੋੜ ਪਊਗੀ। ਪਰ ਸਾਡੇ ਕੋਲ ਜਿਹੜੇ ਵੈਂਟੀਲੇਟਰ ਹੈਗੇ ਆ 100 ਤੋਂ ਉੱਪਰ ਅਜੇ ਹੈਗੇ ਆ। ਔਰ ਵੈਂਟੀਲੇਟਰ ਚਲਾਉਣ ਲਈ ਇਕੱਲੇ ਵੈਂਟੀਲੇਟਰ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਅਨੈਸਥੈਟਿਕ ਦੇ ਜਿਹੜੇ ਡਾਕਟਰ ਨੇ ਉਹਨਾਂ ਦੀ, ਹੋਰ ਸਪੈਸ਼ਲਾਈਜ਼ਡ ਸਟਾਫ ਦੀ ਵੀ ਲੋੜ ਹੁੰਦੀ ਹੈ। ਉਹ ਸਾਰਾ ਕੁਝ ਕਰਕੇ ਹੈ। ਸੋ ਇਸ ਕਰਕੇ ਇਕੱਲੇ ਵੈਂਟੀਲੇਟਰ ਲੈ ਕੇ ਖਰੀਦਣ ਦਾ ਇਲਾਜ ਨਹੀਂ, ਜਿੰਨੇ ਵੈਂਟੀਲੇਟਰ ਲੋੜੀਂਦੇ ਆ ਉਹਨਾਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਸਿਵਲ ਹਸਪੀਟਲ ਸ਼ੁੱਡ ਅਪਗ੍ਰੇਡ ਵਿਦ ਵੈਂਟੀਲੇਟਰਸ। ਇਹ ਗੌਰਵ ਭਾਟੀਆ ਜੀ ਕਹਿੰਦੇ ਆ ਤੁਹਾਡਾ ਸਲਾਹ ਬੜੀ ਅੱਛੀ ਹੈ ਜੀ। ਇਹ ਪਾਂਧੀ ਸਾਹਿਬ ਹੋਰਾਂ ਨੇ ਵੀ ਦਿੱਤੀ ਸੀ। ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਤਾ ਵੀ 16 ਬੈੱਡ ਅਸੀਂ ਪਹਿਲਾਂ ਹੀ ਦੇਤੇ, 50 ਬੈੱਡ ਆਕਸੀਜਨ ਵਾਲੇ ਪਹਿਲਾਂ ਹੀ ਉੱਥੇ ਚੱਲ ਰਹੇ ਆ। ਅਸੀਂ ਇਹਨੂੰ ਹੋਰ ਇੰਪਰੂਵ ਕਰਾਂਗੇ। ਅਰਵਿੰਦ ਵਤਸ ਸਾਹਿਬ ਕਹਿੰਦੇ ਆ ਟੂ ਚੈੱਕ ਦਾ ਸਪਰੈਡ ਇਨ ਪੋਲਿਸੀ ਦੇਅਰ ਕੈਨ ਵੀ ਇੰਪਰੂਵ ਇਟਸ ਇੰਪਲੀਮੈਂਟੇਸ਼ਨ ਆਫ ਗਾਈਡਲਾਈਨਸ। ਵਤਸ ਸਾਹਿਬ ਦੇਖੋ, ਹੁਣ ਆਪਾਂ 21ਵੀਂ ਸਦੀ 'ਚ ਜਿਉ ਰਹੇ ਹਾਂ। 70 ਸਾਲ ਸਾਡੇ ਸੰਵਿਧਾਨ ਨੂੰ ਲਾਗੂ ਹੋਏ ਨੂੰ ਹੋ ਗਏ। ਪਿਛਲੇ ਆ ਚੱਲ ਰਿਹਾ ਮਾਰਚ ਤੋਂ ਸ਼ੁਰੂ ਹੋਇਆ, ਅਗਸਤ ਚੱਲ ਰਿਹਾ, 150 ਦਿਨ ਹੋ ਗਏ ਰੋਜ਼। ਸਾਡਾ ਤਾਂ ਬੈਠ ਬੋਲ ਕੇ ਗਲਾ ਵੀ ਥੱਕ ਗਿਆ। ਬੰਦਾ ਬੰਦਿਆਂ ਨੂੰ ਸਮਝਾ ਸਕਦਾ, ਬਾਰ-ਬਾਰ ਬੋਲ ਸਕਦਾ, ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ, ਔਰ ਮੇਰੇ ਤੋਂ ਲੈ ਕੇ ਸਾਡੇ ਮਲਟੀਪਰਪਜ਼ ਹੈਲਥ ਵਰਕਰ ਤੱਕ, ਦਫ਼ਤਰਾਂ ਦੇ ਪੀਨਾਂ ਤੋਂ ਲੈ ਕੇ ਅਤੇ ਸਾਡਾ ਜਿਹੜਾ DPRO ਡਿਪਾਰਟਮੈਂਟ ਹੈ ਉਹਦੇ ਤੱਕ। ਦੱਸੋ ਕਿਹਨੇ ਨਹੀਂ ਕਿਹਾ? CP ਸਾਹਿਬ ਤੋਂ ਲੈ ਕੇ ਕਾਂਸਟੇਬਲ ਤੱਕ ਲੋਕਾਂ ਨੂੰ ਅਸੀਂ ਸਮਝਾਤਾ। ਇੱਕ ਮਨੁੱਖ ਨੂੰ ਇੱਕ ਮਨੁੱਖੀ ਸ਼ਬਦਾਵਲੀ ਦੇ ਨਾਲ ਸਮਝਾਇਆ ਜਾ ਸਕਦਾ। ਅਸੀਂ ਬਹੁਤ ਵਾਰ ਸਮਝਾ ਰਹੇ ਹਾਂ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਹਾਡਾ ਜਿਹੜਾ ਕਲੋਜ਼ਡ ਗਰੁੱਪ ਹੈ, ਤੁਸੀਂ ਆਪਦਾ, ਲੋਕ ਆਪਣੇ WhatsApp ਗਰੁੱਪਾਂ 'ਚ ਬੜੀ ਇਨਫੋਰਮੇਸ਼ਨ ਭੇਜਦੇ ਆ, ਵੀਡੀਓ ਭੇਜਦੇ ਆ, ਚੁਟਕਲੇ ਭੇਜਦੇ ਆ, ਸਭ ਕੁਝ ਕਰਦੇ ਆ, ਸੁੱਖ ਸੁਨੇਹੇ ਵੀ ਭੇਜਦੇ ਆ। ਤੁਸੀਂ ਵੀ ਇਹ ਸੁਨੇਹਾ ਲਓ ਕਿ ਲੋਕਾਂ ਨੂੰ ਜਾਗਰੂਕ ਕਰਨ ਦਾ ਜੋ ਕੰਮ ਅਸੀਂ ਆਵਾਜ਼ ਫਾੜ ਕੇ ਕਹਿ ਰਹੇ ਹਾਂ, ਤੁਸੀਂ ਵੀ ਆਪਦੇ ਦੋਸਤਾਂ ਮਿੱਤਰਾਂ ਨੂੰ ਇਹ ਚੀਜ਼ਾਂ ਭੇਜੋ ਵੀ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ। ਜੇ ਸਾਰੇ ਲੋਕ ਆਪਾਂ ਇੱਕ ਦੂਜੇ ਨੂੰ ਸਮਝਾਵਾਂਗੇ ਤਾਂ ਇਹ ਬਿਮਾਰੀ ਨੇ 10-15 ਦਿਨਾਂ 'ਚ ਹੀ ਮੁੱਕ ਜਾਣਾ ਹੈ, ਜੇ ਆਪਾਂ ਸਾਰੇ ਪਰਹੇਜ਼ ਕਰਾਂਗੇ। ਤੁਹਾਡਾ ਸੁਝਾਅ ਚੰਗਾ ਹੈ। ਅਸੀਂ ਮਿਸ਼ਨ ਫਤਿਹ ਤਹਿਤ ਸਾਰੇ ਸ਼ਹਿਰ ਨੂੰ ਰੰਗਿਆ ਪਿਆ, ਥਾਂ ਪੋਸਟਰ ਲਾਏ ਪਏ ਨੇ, ਪਰ ਅਸੀਂ ਇਹਨੂੰ ਹੋਰ ਵਧਾਵਾਂਗੇ ਆਉਣ ਵਾਲੇ ਦਿਨਾਂ 'ਚ। ਅੱਗੇ ਸਿਸਟਮ ਨੂੰ ਇਮਿਊਨ ਸਿਸਟਮ ਲਈ ਇਲਾਜ ਦੇ ਨੁਸਖੇ ਪੁੱਛਦੇ ਹੈ ਸੁਰਿੰਦਰ ਸਿੰਘ ਮੁੰਡੀਆਂ ਸਾਹਿਬ। ਕੋਈ ਚੈਨਲ ਲਾ ਲਓ, ਆ ਅੰਦਰ ਚਲੇ ਜਾਓ। ਹੁਣ ਆਸਥਾ ਤੋਂ ਲੈ ਕੇ ਕਿਹੜੇ ਮਰਜ਼ੀ ਚੈਨਲ 'ਤੇ ਦੇਖ ਲਓ, ਬਥੇਰੇ ਜਿਹੜੇ ਸਿਆਣੇ ਲੋਕ ਹੈ। ਮੈਂ ਤਾਂ ਇੱਕ ਆਮ ਸਧਾਰਨ ਆਦਮੀ ਹਾਂ ਤੁਹਾਡੇ ਵਰਗਾ, ਪਰ ਹਰੇਕ ਚੈਨਲ 'ਤੇ ਬਹੁਤ ਕੁਝ ਦੱਸ ਰਹੇ ਆ। ਕਰਨ ਵਾਲਾ ਚਾਹੀਦਾ। ਬੁੱਲੇ ਸ਼ਾਹ ਨੇ ਵੀ ਕਿਹਾ ਵੀ ਕਹਿੰਦੀ ਹੈ ਪਰ ਕਰਦੀ ਨਹੀਂ, ਇਹੀ ਦੁਨੀਆ ਰੋਏਗੀ। ਆਪਣੇ ਅੰਦਰ ਹੀ ਬ੍ਰਹਿਮੰਡ ਹੈ, ਹਰੇਕ ਬੰਦੇ ਨੂੰ ਨੌਲੇਜ ਹੈ। ਮੈਂ ਕਹਿੰਦਾ
ਰਸਤੇ 'ਚ ਰਿਕਸ਼ਾ ਚਲਾਉਣ ਵਾਲੇ ਨੂੰ ਸਿਰ ਤੇ ਜਿਹੜਾ ਹੈਗਾ ਭਾਰ ਢੋਣ ਵਾਲੇ ਨੂੰ ਵੀ ਇਸ ਗੱਲ ਦਾ ਪਤਾ ਵੀ ਜਿਹੜੀ ਜੇ ਗਲਾ ਖਰਾਬ ਹੋ ਜੇ ਤਾਂ ਜਿਹੜੀ ਤੁਲਸੀ ਤੇ ਜਿਹੜੀ ਆਪਣਾ ਪੁਰਾਣੇ ਟਾਈਮ ਤੋਂ ਹੀ ਬੁੜੀਆਂ ਜਿਹੜੀਆਂ ਦੱਸਦੀਆਂ ਹੈਗੀਆਂ ਨੇ ਤੁਹਾਡੇ ਇਲਾਇਚੀ ਜਿਹੜੀ ਹੈਗੀ ਆ ਉਹਦੀ ਚਾਹ ਬਣਾ ਕੇ ਪੀ ਲਓ, ਕੋਈ ਹਲਦੀ ਖਾ ਲਓ, ਇਹ ਤਾਂ ਕਿੰਨਾ ਹੀ ਦੱਸੀ ਚੱਲੋ। ਉਹ ਤੁਸੀਂ ਜਿਹੜੇ ਮਰਜ਼ੀ ਜਗ੍ਹਾ 'ਤੇ ਲੈ ਲਓ, ਬਟ ਇਹਨੂੰ ਕਰੇ ਸਹੀ ਕੋਈ ਗਲੋ ਪੀ ਲਓ, ਹੋਰ ਕਰ ਲਓ। ਬਹੁਤ ਚੈਨਲਾਂ 'ਤੇ ਇਨਫੋਰਮੇਸ਼ਨ ਹੈ। ਆਪਾਂ ਸਾਰਿਆਂ ਨੂੰ ਆਪਣਾ ਸਰੀਰ ਮਜ਼ਬੂਤ ਕਰਨ ਦੀ ਲੋੜ ਹੈ। ਪਰ ਜੇ ਕੋਈ ਬੰਦਾ ਕਹੇ ਵੀ ਮੈਂ ਸਰੀਰ ਮਜ਼ਬੂਤ ਕਰ ਲਾਂ, ਢਾਲ ਪਾ ਲਾਂ ਅਤੇ ਮੈਂ ਬਾਰਡਰ 'ਤੇ ਜਾ ਕੇ ਖੜ੍ਹਾ ਹੋ ਜਾਂ ਜਿੱਥੇ ਗੋਲਾ ਬਰੂਦ ਚੱਲਦਾ ਹੋਵੇ, ਉਹ ਬੰਦਾ ਕਿੰਨੇ ਕੁ ਦਿਨ ਜਿਉਂਦਾ ਰਹਿ ਜਾਊਗਾ। ਅਸਲ ਜਿਹੜਾ ਇਲਾਜ ਹੈਗਾ, ਜੇ ਕੋਈ ਸੈਨਿਕ ਸਿਆਣਾ ਹੈ, ਢਾਲ ਲਾ ਕੇ ਤੁਰਦਾ, ਬੁਲਟ ਪ੍ਰੂਫ ਜੈਕਟਾਂ ਲਾ ਕੇ ਸਾਡੇ ਜਿਹੜੇ ਸੈਨਿਕ ਹੈ ਸਿਰਾਂ 'ਤੇ ਤੁਸੀਂ ਦੇਖੋ 7-7 ਕਿਲੋ ਦੇ ਟੋਪ ਪਾਏ ਹੁੰਦੇ ਨੇ ਵੀ ਗੋਲੀ ਨਾ ਕਿਤੇ ਵੱਜ ਜੇ। ਕੋਈ ਉਹਨਾਂ ਦੀ ਬਹਾਦਰੀ 'ਚ ਆ, ਉਹਨਾਂ ਦੇ ਇਮਿਊਨ ਸਿਸਟਮ 'ਚ ਥੋੜ੍ਹੀ ਕਮਜ਼ੋਰੀ ਹੈ। ਐਵੇਂ ਸਾਡੇ ਸਰੀਰ ਦਾ ਇਮਿਊਨ ਸਿਸਟਮ ਹੈ। ਆਪਾਂ ਸਾਡੀ ਢਾਲ ਹੈਗੀ ਹੈ ਮਾਸਕ ਲਾ ਕੇ ਚੱਲੋ, ਹੱਥ ਧੋਈ ਚੱਲੋ, ਅਨਨੈਸੈਸਰਲੀ ਬਾਹਰ ਨਾ ਜਾਓ, ਵੈਸੇ ਹੀ ਤੁਸੀਂ ਬਚੇ ਰਹੋਗੇ। ਬਾਕੀ ਤਾਂ ਇਹ ਤੁਲਸੀ ਗਲੋ ਜਿਹੜਾ ਕੁਛ ਹੈਗਾ ਇਹ ਵੀ ਕਰੀ ਚੱਲੋ ਨਾਲੋਂ ਨਾਲ। ਪਰਮਿੰਦਰ ਸਿੰਘ ਪ੍ਰਧਾਨ ਜੀ ਇਹ ਪੁੱਛਦੇ ਹੈ, ਸਰ ਇਫ ਦਾ ਪਰਸਨ ਫਾਊਂਡ ਟੂ ਬੀ ਪੋਜ਼ਿਟਿਵ ਦੈਨ ਹਾਊ ਮੈਨੀ ਡੇਜ਼ ਦਾ ਪੇਸ਼ੈਂਟ ਵਾਜ਼ ਅੰਡਰ ਹੋਮ ਕੁਆਰੰਟਾਈਨ। ਕਹਿੰਦੇ ਵੀ ਕਿੰਨੇ ਦਿਨਾਂ ਦਾ ਇਹਦਾ ਹੋਮ ਕੁਆਰੰਟਾਈਨ ਰਹਿਣਾ। ਜਦੋਂ ਕੋਈ ਬੰਦਾ ਭਾਈ ਸਾਹਿਬ ਪਰਮਿੰਦਰ ਜੀ ਪੋਜ਼ਿਟਿਵ ਆ ਗਿਆ, ਮੈਂ ਦੁਬਾਰਾ ਤੋਂ ਇਹ ਅਫਵਾਹ ਦਾ ਖੰਡਨ ਕਰਦਾ, ਉਹਨੂੰ ਕੋਈ ਅਸੀਂ ਬੰਦ ਨਹੀਂ ਕਰਨਾ ਹੈਗਾ। ਜੇ ਉਹ ਹੋਮ ਆਈਸੋਲੇਸ਼ਨ 'ਚ ਰਹਿਣਾ, ਉਹਨੂੰ 14 ਦਿਨ ਆਪਦੇ ਘਰੇ ਰਹਿਣਾ ਪੈਣਾ। 14 ਦਿਨਾਂ ਬਾਅਦ ਕੋਈ ਦੁਬਾਰਾ ਟੈਸਟ ਕਰਾਉਣ ਦੀ ਲੋੜ ਨਹੀਂ। ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਸਰੀਰ ਆਪਦੇ ਆਪ 14 ਦਿਨਾਂ 'ਚ ਇਹ ਬਿਮਾਰੀ ਨੂੰ ਖਤਮ ਕਰ ਦਿੰਦਾ। ਜੇ 3 ਦਿਨ ਲੱਛਣ ਨਹੀਂ ਆਉਂਦੇ 14 ਦਿਨਾਂ ਬਾਅਦ, 14 ਜਮਾਂ 3 17 ਲਾ ਲਓ, ਫਿਰ ਉਸ ਤੋਂ ਬਾਅਦ ਉਹ ਤੁਰ ਫਿਰ ਸਕਦਾ, ਆਮ ਜੀਵਨ ਆਪਣਾ ਜਿਉਂ ਸਕਦਾ। ਰਾਜੂ ਸੋਤਾ ਕਹਿੰਦਾ ਹੈ ਵੀ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਟੈਸਟ ਕਿੱਥੇ ਹੋ ਰਹੇ ਆ। ਦੇਖੋ ਇਸ ਤਰ੍ਹਾਂ ਸੋਤਾ ਸਾਹਿਬ, ਮਿਊਨਿਸਪਲ ਕਾਰਪੋਰੇਸ਼ਨ ਹੋਵੇ ਕੋਈ ਹੋਵੇ, ਸਾਡੇ ਤਾਂ ਸਿਵਲ ਹਸਪਤਾਲ 'ਚ ਵੀ ਹੋ ਰਹੇ ਆ, ਮੈਰੀਟੋਰੀਅਸ 'ਚ ਵੀ ਹੋ ਰਹੇ ਆ, ਹੋਰ ਅਸੀਂ 15-20 ਥਾਵਾਂ 'ਤੇ ਸ਼ਹਿਰ 'ਚ ਸ਼ੁਰੂ ਕੀਤੇ ਹੋਏ ਨੇ। ਬਟ ਜੇ ਮਿਊਨਿਸਪਲ ਕਾਰਪੋਰੇਸ਼ਨ ਸਾਨੂੰ ਰਿਕੁਐਸਟ ਕਰੂਗੀ ਤਾਂ ਅਸੀਂ ਮਿਊਨਿਸਪਲ ਕਾਰਪੋਰੇਸ਼ਨ 'ਚ ਇੱਕ ਵਿਸ਼ੇਸ਼ ਤੌਰ 'ਤੇ ਕੈਂਪ ਵੀ ਟੈਸਟਿੰਗ ਲਈ ਲਾ ਦਾਂਗੇ। ਇਹਦੇ ਲਈ ਮੈਂ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਸਲਾਹ ਅਤੇ ਇਹ ਚੰਗੀ ਸੁਜੈਸ਼ਨ ਹੈਗੀ ਹੈ। ਸੌਰੀ ਇਹ ਪਿੱਛੇ ਹਵਾ ਚੱਲਣ ਕਰਕੇ ਜਿਹੜੀ ਇਹ ਪੋਸਟਰ ਸੀਗਾ ਉਹ ਥੱਲੇ ਨੂੰ ਹੋ ਗਿਆ, ਉਹਦੇ ਕਰਕੇ ਇੰਟਰਪਸ਼ਨ ਹੋਈ। ਬਟ ਆਪਾਂ ਪ੍ਰੋਗਰਾਮ ਕੰਟੀਨਿਊ ਰੱਖਾਂਗੇ। ਅਗਲਾ ਮਿਲਨ ਸੂਦ ਜੀ ਨੇ ਕਿਹਾ ਕਿ ਹਸਪੀਟਲ ਗੈਟ 3 ਲੱਖ ਫਰੋਮ ਗਵਰਨਮੈਂਟ ਫॉर 1 ਪੋਜ਼ੀਟਿਵ ਪੇਸ਼ੈਂਟ, ਇਜ਼ ਇਟ ਕਰੈਕਟ ਔਰ ਰਿਊਮਰ। ਭਾਈ ਸਾਹਿਬ ਤੁਸੀਂ ਮੈਨੂੰ ਤਾਂ ਇੰਨਾ ਗੁਣਾ ਵੀ ਨਹੀਂ ਕਰਨਾ ਆਉਂਦਾ। 3 ਲੱਖ ਜੇ 100 ਪੇਸ਼ੈਂਟ ਪੋਜ਼ੀਟਿਵ ਹੋ ਗਏ ਤਾਂ 3 ਕਰੋੜ ਬਣ ਗਿਆ ਮੈਨੂੰ ਲੱਗਦਾ। 3 ਜਰਬ 100 ਅਤੇ ਅੱਜ ਤੱਕ ਪੰਜਾਬ 'ਚ ਮੈਨੂੰ ਲੱਗਦਾ 32-33 ਹਜ਼ਾਰ ਤਾਂ ਹੋ ਗਿਆ ਪੋਜ਼ੀਟਿਵ। ਉਹਨੂੰ ਹੋਰ ਗੁਣਾ ਕਰ ਲਓ। ਇੰਨਾ ਤਾਂ ਵੈਸੇ ਹੀ ਸਾਲ ਦਾ ਨਹੀਂ ਬਜਟ ਮਿਲਦਾ ਹੋਣਾ ਸਟੇਟ ਗਵਰਨਮੈਂਟ ਨੂੰ ਕੇਂਦਰ ਤੋਂ। ਜੇ ਇੰਨੇ ਪੈਸੇ ਮਿਲਣ ਲੱਗ ਗਏ, ਇੱਦਾਂ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਿਆ ਕਰੋ। ਅੱਜ ਕੱਲ੍ਹ ਵਟਸਐਪ 'ਤੇ ਪਤਾ ਨਹੀਂ ਕਿੱਥੋਂ ਦੀ ਕਿਹੜੀ ਯੂਨੀਵਰਸਿਟੀ ਦੇ ਲੋਕ, ਵਟਸਐਪ ਵੀ ਆਪਦੇ ਆਪ 'ਚ ਇੱਕ ਝੂਠ ਦੀ ਯੂਨੀਵਰਸਿਟੀ ਬਣ ਗਿਆ। ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਵੀ 3 ਲੱਖ ਰੁਪਈਏ ਮਿਲਦੇ ਹੋਣ। ਜੇ ਦੇਸ਼ ਕੋਲੇ ਮੈਂ ਸੋਚਦਾ ਵੀ ਸੋਨੇ ਦੀ ਚਿੜੀ ਸੀਗਾ, ਕਿਸੇ ਦਿਨ ਇੱਦਾਂ ਦਾ ਹੋ ਜੇ ਸਾਰਿਆਂ ਨੂੰ 3-3 ਲੱਖ ਰੁਪਈਏ ਮਿਲਣ ਲੱਗ ਜਾਣ। 3 ਲੱਖ ਰੁਪਈਏ ਤਾਂ ਮਿਹਨਤ ਕਰਨ ਨਾਲ ਹੀ ਮਿਲਦੇ ਆ ਭਰਾ ਮੇਰੇ, ਮਿਲਣ ਅਤੇ ਮਿਹਨਤ ਕਰੋ। ਇੱਦਾਂ ਦੀ ਕੋਈ ਸਕੀਮ ਨਹੀਂ ਵੀ 3 ਲੱਖ ਰੁਪਈਏ ਮਿਲਦੇ ਹੋਣ। ਔਰ ਪ੍ਰਮਾਤਮਾ ਅੱਗੇ ਇਹੀ ਦੁਆ ਕਰਦਾ ਵੀ ਤੁਹਾਡੀ ਸਾਰਿਆਂ ਦੀ ਜਿਹੜੀ ਹੈਗੀ ਹੈ ਸਿਹਤ ਚੰਗੀ ਰਹੇ। ਔਰ ਇੱਕ ਮੈਂ ਹੋਰ ਗੱਲ ਦੱਸ ਦੇਵਾਂ ਕਿ ਜੇ ਲੋਕਾਂ ਨੂੰ ਇਹ ਹੈ ਵੀ ਕਰੋਨਾ ਤੋਂ ਕੋਈ ਸਰਕਾਰ ਪਤਾ ਨਹੀਂ ਪੈਸਾ ਕਮਾ ਰਹੀ ਹੈ, ਕੋਰੀ ਅਫਵਾਹ ਹੈ, ਇਹਦੇ ਨਾਲ ਤੁਹਾਨੂੰ ਮੈਂ ਦੱਸ ਦੇਵਾਂ ਇੰਨੀ ਆਮਦ ਰਫਤ ਲੋਕਾਂ ਦੀ ਘੱਟ ਹੋਈ ਹੈ, ਚੀਜ਼ਾਂ ਦੀ ਵਿਕਰੀ ਘੱਟ ਹੋਈ ਹੈ, ਸਾਰੀਆਂ ਚੀਜ਼ਾਂ ਦੇ ਟੈਕਸ ਘੱਟ ਗਏ, ਰਜਿਸਟਰੀਆਂ ਘੱਟ ਗਈਆਂ, ਰਜਿਸਟਰੀਆਂ ਦੀ ਜਿਹੜੀ ਫੀਸ ਹੈ ਉਹ ਆਉਣੀ ਘੱਟ ਗਈ। ਔਰ ਇਹ ਖਰਚ ਨੂੰ ਥਾਂ ਹੈਗੀ ਆ। ਰੋਜ਼ ਲੱਖਾਂ ਰੁਪਈਏ ਦਾ ਜਿਹੜਾ ਤੇਲ ਹੈਗਾ ਉਹ ਐਂਬੂਲੈਂਸਾਂ 'ਤੇ ਲੱਗ ਰਿਹਾ ਹੈਗਾ, ਜਿਹੜਾ ਉਹਨਾਂ ਦਾ ਤੇਲ ਲੱਗ ਰਿਹਾ। ਲੱਖਾਂ ਰੁਪਈਏ ਜਿਹੜੇ ਹੈਗੇ, ਜਿਹੜੇ ਮਰੀਜ਼ ਅੰਦਰ ਪਏ ਆ ਉਹਨਾਂ ਦੀਆਂ ਦਵਾਈਆਂ 'ਤੇ, ਖਾਣੇ 'ਤੇ, ਜਿਹੜੇ ਉੱਥੇ AC ਚੱਲ ਰਹੇ ਆ, ਕੋਈ ਪੱਖੇ ਚੱਲ ਰਹੇ ਆ, ਕੋਈ ਡਾਕਟਰਾਂ ਦੀ ਤਨਖਾਹ ਹੈ, ਸਪੈਸ਼ਲ ਰਿਕਰੂਟਮੈਂਟ ਮੈਰੀਟੋਰੀਅਸ ਸਕੂਲ ਦੇ ਲਈ, PAU ਦੇ ਲਈ, ਕੁਲਾਰ ਦੇ ਲਈ। ਮਤਲਬ ਮੈਂ ਇਹ ਗੱਲ ਕੋਈ ਗਣਾ ਕੇ ਕੋਈ ਆਸਾਨ ਨਹੀਂ ਕਰ ਰਿਹਾ, ਲੋਕਾਂ ਦਾ ਹੀ ਪੈਸਾ ਲੋਕਾਂ ਦਾ ਹੀ ਹੈ। ਪਰ ਓਵਰਆਲ ਬਜਟ ਦਾ ਬਹੁਤ ਸਾਰਾ ਹਿੱਸਾ ਜਿਹੜਾ ਹੈਗਾ ਉਹ ਕੋਵਿਡ ਕਰਕੇ ਉੱਧਰਲੇ ਪਾਸੇ ਨੂੰ ਜਾ ਰਿਹਾ, ਦੂਜੇ ਪਾਸੇ ਟੈਕਸ ਘੱਟ ਰਹੇ ਹੈਗੇ ਆ। ਸੋ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਹੈ ਵੀ ਕਿਸੇ ਨੂੰ ਪੋਜ਼ੀਟਿਵ ਡਿਕਲੇਅਰ ਕਰਕੇ ਸਰਕਾਰ ਨੂੰ ਕੁਝ ਮਿਲਦਾ ਹੋਵੇ। ਔਰ ਇੱਕ ਹੋਰ ਮੈਂ ਦੱਸ ਦੇਵਾਂ, ਉਹ ਕਮਾਈ ਦੇ ਲਾਲ ਹੀ ਨੇ ਜਿਹੜੇ ਬੰਦੇ ਟੈਸਟ ਕਰਦੇ ਆ। ਜੇ ਕੋਈ ਬੰਦਾ ਪੋਜ਼ੀਟਿਵ ਤੁਰਿਆ ਜਾਂਦਾ ਹੋਏ, ਲੋਕ ਪਰਾਂ ਨੂੰ ਮੂੰਹ ਕਰਕੇ ਤੁਰ ਜਾਂਦੇ ਆ। ਔਰ ਇਹ ਬੰਦੇ ਕੀ ਕਰਦੇ ਆ, 8-8 ਘੰਟੇ PPT ਕਿੱਟਾਂ ਪਾ ਕੇ, ਚਾਹੇ ਆ ਫਰੀਦਕੋਟ ਯੂਨੀਵਰਸਿਟੀ ਹੋਏ, ਚਾਹੇ ਰਜਿੰਦਰਾ ਹਸਪਤਾਲ ਪਟਿਆਲੇ ਵਾਲੇ ਹੋਣ, ਚਾਹੇ DMC ਵਾਲੇ ਹੋਣ, ਚਾਹੇ ਆਪਣਾ ਅੰਮ੍ਰਿਤਸਰ ਵਾਲਾ ਕਾਲਜ ਹੋਵੇ, ਉਹਦੀਆਂ ਸਲਾਈਡਾਂ ਬਣਦੀਆਂ ਨੇ, ਲਾਈਵ ਵਾਇਰਸ ਹੁੰਦਾ। ਇੱਕ ਦਿਨ ਦੇ ਵਿੱਚੋਂ 100 ਟੈਸਟ ਇੱਕ ਬੰਦਾ ਕਰਦਾ ਹੋਣਾ, ਤਾਂ ਜਾ ਕੇ ਪੰਜਾਬ ਦੀ ਅੱਜ ਦੀ ਜਿਹੜੀ ਕਪੈਸਿਟੀ ਹੈ ਇੱਕ ਦਿਨ ਦੀ 20,000 ਦੇ ਟੈਸਟਾਂ ਦੀ ਹੋਊਗੀ।
ਸੋ ਭਰਾ ਮੇਰੇ ਇਸ 'ਚ ਸਹਿਯੋਗ ਕਰੋ। ਬਹੁਤ ਸਾਰੇ ਲੋਕ ਆਪਦੀ ਜਾਨ ਖਤਰੇ 'ਚ ਪਾ ਕੇ ਤੁਹਾਡੇ ਟੈਸਟ ਕਰਦੇ ਨੇ ਤੇ ਤੁਹਾਨੂੰ ਪੋਜ਼ਿਟਿਵ ਡਿਕਲੇਅਰ ਕਰਦੇ ਨੇ। ਤੁਹਾਨੂੰ ਪੋਜ਼ਿਟਿਵ ਡਿਕਲੇਅਰ ਕਰਨ 'ਚ ਜੇ ਕਿਸੇ ਦਾ ਫਾਇਦਾ ਹੈ ਤਾਂ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਫਾਇਦਾ। ਜੇ ਤੁਸੀਂ ਹੋਮ ਆਈਸੋਲੇਸ਼ਨ 'ਚ ਵੀ ਰਹਿਣਾ, ਜੇ ਤੁਹਾਨੂੰ ਪਤਾ ਹੈ ਵੀ ਮੈਂ ਪੋਜ਼ਿਟਿਵ ਹੋ ਗਿਆ, ਤੁਸੀਂ ਆਪਦਾ ਵਿਸ਼ੇਸ਼ ਧਿਆਨ ਰੱਖੋਗੇ, ਕਾੜੇ ਪੀਓਗੇ, ਕੋਈ ਤਾਕਤ ਵਾਲੀ ਚੀਜ਼ ਖਾਓਗੇ, ਕੋਈ ਦਵਾਈ ਖਾਓਗੇ, ਕੋਈ ਬੁਖਾਰ ਚੜੂਗਾ ਉਹਦਾ ਜ਼ਿਆਦਾ ਧਿਆਨ ਰੱਖੋਗੇ। ਤੁਹਾਨੂੰ ਪੋਜ਼ਿਟਿਵ ਡਿਕਲੇਅਰ ਕਰਕੇ ਕਿਸੇ ਨੂੰ ਕੋਈ ਫਾਇਦਾ ਨਹੀਂ ਹੈਗਾ, ਨਾ ਕਿਸੇ ਨੂੰ ਕੋਈ ਇੱਦਾਂ ਦੀ ਸਕੀਮ ਹੈਗੀ ਹੈ ਵੀ ਕਿਸੇ ਨੂੰ 3 ਲੱਖ ਰੁਪਈਆ ਮਿਲਦਾ ਹੋਵੇ ਜਾਂ ਤੁਹਾਨੂੰ ਜਾਂ ਸਰਕਾਰ ਨੂੰ। ਅਮਿਤ ਰਾਜਪਾਲ ਸਾਹਿਬ ਕਹਿੰਦੇ ਆ ਪੰਜਾਬ ਵਿੱਚ ਪੱਤਰਕਾਰਾਂ ਲਈ ਕੋਵਿਡ ਟੈਸਟ ਲਾਜ਼ਮੀ ਕੀਤੇ ਜਾਣ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਭਾਈ, ਗੱਲ ਇਹ ਹੈ, ਮੈਂ ਆਹ ਚਿੱਟੇ ਕੱਪੜੇ ਪਾ ਲਏ, ਮੈਂ IAS 'ਚ ਆ ਗਿਆ, ਕਿਸੇ ਨੇ ਖਾਕੀ ਕੱਪੜੇ ਪਾ ਲਏ, ਉਹ ਪੁਲਿਸ 'ਚ ਆ ਗਿਆ, ਕਿਸੇ ਨੇ ਹਰੇ ਕੱਪੜੇ ਪਾ ਲਏ, ਓਲੀਵ ਉਹ ਚਲਿਆ ਗਿਆ ਫੌਜ ਦੇ ਵਿੱਚ। ਕੋਈ ਪੱਤਰਕਾਰ ਹੈ ਜਿਹਨੇ ਕੈਮਰਾ ਚੱਕ ਲਿਆ ਉਹ ਪੱਤਰਕਾਰ ਹੋ ਗਿਆ, ਉਹ ਵੀ ਸਾਡੇ ਵਰਗਾ ਬੰਦਾ ਹੀ ਹੈ। ਜਿੰਨੇ ਮੈਨੂੰ ਟੈਸਟ ਦੀ ਲੋੜ ਹੈ ਉਹਨੇ ਪੱਤਰਕਾਰਾਂ ਨੂੰ ਲੋੜ ਹੈ। ਸੋ ਜਿੱਦਾਂ ਹੋਰ ਜਨਤਾ ਟੈਸਟ ਕਰਾ ਰਹੀ ਹੈ, ਜਿਹਨੂੰ ਕਿਸੇ ਨੂੰ ਲੱਛਣ ਆਉਣਗੇ, ਕਿਸੇ ਦਾ ਕੰਟੈਕਟ ਹੋਊਗਾ, ਉੱਦਾਂ ਹੀ ਪੱਤਰਕਾਰ ਹੈਗੇ ਆ। ਬਾਕੀ ਜੇ ਕੋਈ ਵੀਰ ਕਰਾਉਣਾ ਚਾਹੁੰਦੇ ਆ ਕੇ ਮੈਨੂੰ ਮਿਲ ਲਿਓ, ਅਸੀਂ ਟੈਸਟ ਕਰਾ ਦਾਂਗੇ। ਟੈਸਟ ਫ੍ਰੀ ਹੈ। ਸਾਡੀ ਇੱਕ ਦੰਦੀ ਲੁਧਿਆਣੇ ਦੀ ਹੁਣ ਅਸੀਂ 3000 ਟੈਸਟ ਕਰ ਰਹੇ ਹਾਂ, ਸਾਡੀ ਕੈਪੈਸਿਟੀ ਹੁਣ 5000 ਤੱਕ ਦੀ ਹੈਗੀ ਹੈ। ਜਿਹਨੇ ਵੀ ਕਰਾਉਣਾ, ਕਿਸੇ ਹਸਪਤਾਲ 'ਚ ਜਾਓ, ਕਿਸੇ ਨੂੰ ਕੋਈ ਦਿੱਕਤ ਹੈ ਸਾਨੂੰ ਫੋਨ ਮਾਰੋ, ਅਸੀਂ ਉਦੋਂ ਹੀ ਦਿੱਕਤ ਦੂਰ ਕਰਾਂਗੇ। ਧੰਨਵਾਦ। ਤੁਸੀਂ ਸਾਰੇ ਆਪਦੀ ਸਿਹਤ ਦਾ ਧਿਆਨ ਰੱਖੋ ਔਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ।